ਐਂਬੂਲੈਂਸ ਦੇ ਵਿੱਚ ਵੀ ਭਾਜੀ ਜਿਹੜੀ ਬੋਡੀ ਆਈ ਉਹ ਇਦਾਂ ਆਈ ਕਿ ਜਿਵੇਂ ਇੱਕ ਅਸੀਂ ਜਿਵੇਂ ਕੂੜਾ ਸੁੱਟਿਆ ਹੁੰਦਾ ਕਿ ਬੋਡੀ ਪੈਰਾਂ ਦੇ ਵਿੱਚ ਪਈ ਹੋਈ ਸੀ। ਸਾਡੇ ਪਾਪਾ ਜੀ ਦੀ ਜਿਹੜੀ ਕੁਝ ਹਾਈਟ ਸੀਗੀ ਉਹ 6 ਫੁੱਟ ਦੇ ਨੇੜੇ ਸੀ, 6 ਫੁੱਟ ਪਲੱਸ ਸੀਗੇ ਉਹ। ਤੇ ਜਦੋਂ ਅਸੀਂ ਉਹ ਬੋਡੀ ਦੇਖੀ ਜਿਹੜੀ ਸਾਡੇ ਕੋਲ ਲਿਆਈ ਗਈ ਸੀਗੀ ਉਹ 5 ਫੁੱਟ 2 ਇੰਚ ਦੇ ਬਰਾਬਰ ਉਹ ਬੋਡੀ ਸੀ। ਅਸੀਂ ਸਿਰਫ ਬੋਡੀ ਦਾ ਦੇਖਿਆ ਕਿ ਬਾਲ ਕਾਲੇ ਸੀ। ਹੁਣ ਇੱਕ 92 ਸਾਲ ਬਜ਼ੁਰਗ ਦੇ ਬਾਲ ਕਾਲੇ ਨਹੀਂ ਹੋ ਸਕਦੇ। ਗੁਜ਼ਾਰਿਸ਼ ਕੀਤੀ, ਅਸੀਂ ਮੂੰਹ ਦੇਖਿਆ ਤੇ ਮੂੰਹ ਅਸੀਂ ਦੇਖ ਕੇ ਦੰਗ ਰਹਿ ਗਏ। ਤੇ ਉਹ ਇੱਕ ਬੋਡੀ ਸੀ, ਉਹ ਸਿਰਫ ਤੇ ਸਿਰਫ ਇੱਕ 38 ਸਾਲ ਦੀ ਔਰਤ ਦੀ ਇੱਕ ਬੋਡੀ ਸੀ। ਮੇਰੇ ਚਾਚਾ ਜੀ ਦੀ ਬੇਟੀ ਹੈ ਸੰਦੀਪ ਕੌਰ, ਉਹ ਬਿਮਾਰ ਸੀ। ਜਦੋਂ ਬਿਮਾਰ ਸੀ ਤੇ ਉਹ ਮਕੇਰੀਆਂ ਸਿਵਲ ਹਸਪਤਾਲ ਇਲਾਜ ਕਰਾਉਣ ਜਾਂਦੀ ਰਹੀ। ਉਹਦਾ ਇਲਾਜ ਕੋਈ ਉੱਥੇ 10-12 ਦਿਨ ਚੱਲਿਆ। ਡਾਕਟਰ ਕਹੀ ਗਏ ਉਹਨੂੰ ਟਾਈਫਾਈਡ, ਕਹੀ ਗਏ ਟਾਈਫਾਈਡ ਦੀ ਦਵਾਈ ਦਿੰਦੇ ਰਹੇ। ਐਂਡ ਮੇਰੇ ਖਿਆਲ ਨਾਲ ਡਾਕਟਰ ਸੁਖਦੇਵ ਸੀਗਾ ਜਿਹੜੇ ਇਹ ਟਾਈਫਾਈਡ ਦਾ ਉਹਦਾ ਇਲਾਜ ਕਰ ਰਹੇ ਸੀ। ਤੇ ਜਦੋਂ ਟਾਈਫਾਈਡ ਉਹਦਾ ਕੋਈ 10-12 ਦਿਨ ਦੇ ਵਿੱਚ ਠੀਕ ਨਹੀਂ ਹੋਇਆ, ਉਹ ਕਹਿੰਦੇ ਜੀ ਇੱਦਾਂ ਕਰੋ, ਬੜਾ ਕੈਜੂਅਲੀ ਉਹ ਕਹਿੰਦੇ ਜੀ ਇੱਦਾਂ ਕਰੋ, ਅੱਜ ਕੱਲ੍ਹ ਕਰੋਨਾ ਦੀ ਬਿਮਾਰੀ ਬਹੁਤ ਚੱਲੀ ਹੈ, ਕਰੋਨਾ ਦਾ ਟੈਸਟ ਕਰਾ ਲਓ। ਐਂਡ ਖਦਸ਼ਾ ਇਹ ਵੀ ਹੈ ਕਿ ਇੱਕ MD ਡਾਕਟਰ ਜਿਹੜਾ ਸਰਕਾਰ ਤੋਂ ਕੋਈ ਪੌਣੇ 2 ਲੱਖ ਰੁਪਇਆ ਜਾਂ 1.5 ਲੱਖ ਰੁਪਇਆ ਤਨਖਾਹ ਲੈ ਰਿਹਾ, ਜਿਹਨੂੰ ਸਰਕਾਰ ਨੇ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੋਈ ਹੈ, ਉਹ ਇਦਾਂ ਦੇ ਕੰਮ ਕਰ ਰਿਹਾ। ਤੇ ਕੁਦਰਤੀ ਦੇਖੋ 28 ਤਰੀਕ ਨੂੰ ਕੁੜੀ ਦਾ ਕਰੋਨਾ ਟੈਸਟ ਵੀ ਹੁੰਦਾ ਤੇ ਪੋਜ਼ਿਟਿਵ ਵੀ ਆ ਰਹੀ ਹੈ। ਕਹਿਣ ਦਾ ਮਤਲਬ ਇਹ ਹੈ, ਜੇ ਕੁੜੀ ਸਿਵਲ ਹਸਪਤਾਲ ਦੇ ਵਿੱਚ ਕੋਈ 15 ਦਿਨਾਂ ਤੋਂ ਜਾ ਰਹੀ ਸੀ ਬੀਇੰਗ ਅ ਕਰੋਨਾ ਪੋਜ਼ਿਟਿਵ ਦਾ ਉਹਦਾ ਪਤਾ ਲੱਗਿਆ 28 ਤਰੀਕ ਨੂੰ, ਤੇ ਤੁਸੀਂ ਇਹ ਦੇਖੋ ਕੁੜੀ ਕਿੰਨਿਆਂ ਨੂੰ ਮਿਲੀ ਹੋਈ। ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਦੋਸਤੋ, ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਟਾਂਡਾ ਰਾਮ ਸਾਏ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਬਜ਼ੁਰਗ ਨੂੰ ਸਿਹਤ ਵਿਭਾਗ ਦੀ ਟੀਮ ਲੈ ਕੇ ਜਾਂਦੀ ਹੈ। ਬਜ਼ੁਰਗ ਦਾ ਨਾਮ ਸੀ ਪ੍ਰੀਤਮ ਸਿੰਘ, 92 ਸਾਲ ਉਹਨਾਂ ਦੀ ਉਮਰ ਸੀਗੀ। ਔਰ ਜਦੋਂ ਸਿਹਤ ਵਿਭਾਗ ਦੇ ਵੱਲੋਂ ਉਹਨਾਂ ਦਾ ਟੈਸਟ ਕੀਤਾ ਜਾਂਦਾ ਤੇ ਰਿਪੋਰਟ ਜਿਹੜੀ ਹੈ ਉਹ ਕੋਰੋਨਾ ਵਾਇਰਸ ਪੋਜ਼ਿਟਿਵ ਆਉਂਦੀ ਹੈ ਤੇ ਉਹਨਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਐਡਮਿਟ ਕਰਕੇ ਉੱਥੇ ਉਹਨਾਂ ਦਾ ਇਲਾਜ ਚੱਲਦਾ। ਕੁਝ ਦਿਨ ਇਲਾਜ ਚੱਲਣ ਤੋਂ ਬਾਅਦ ਬਜ਼ੁਰਗਾਂ ਦੀ ਉੱਥੇ ਮੌਤ ਹੋ ਜਾਂਦੀ ਹੈ ਤੇ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਪਰਿਵਾਰ ਨੂੰ ਇੱਕ ਡੈੱਡ ਬੋਡੀ ਸੌਂਪੀ ਜਾਂਦੀ ਹੈ। ਪਰਿਵਾਰ ਦੇ ਵੱਲੋਂ ਸੰਸਕਾਰ ਤੋਂ ਜਦੋਂ ਕੁਝ ਮਿੰਟ ਪਹਿਲਾਂ ਉਸ ਬੋਡੀ ਨੂੰ ਦੇਖਣਾ ਚਾਹਿਆ, ਅੰਤਿਮ ਦਰਸ਼ਨ ਕਰਨੇ ਚਾਹੇ, ਤਾਂ ਉਹਨਾਂ ਦੇ ਇੱਕਦਮ ਹੋਸ਼ ਉੱਡ ਗਏ, ਕਿਉਂਕਿ ਉਹ ਬੋਡੀ ਬਜ਼ੁਰਗ ਪ੍ਰੀਤਮ ਸਿੰਘ ਦੀ ਨਹੀਂ ਸੀ ਬਲਕਿ ਇੱਕ ਮਹਿਲਾ ਦੀ ਸੀ, ਜਿਸ ਦੇ ਉੱਤੇ ਬਕਾਇਦਾ ਲਿਖਿਆ ਗਿਆ ਸੀ ਵੀ ਇਹ ਪ੍ਰੀਤਮ ਸਿੰਘ ਨੇ, ਇਹਨਾਂ ਦੀ ਉਮਰ ਇੰਨੀ ਹੈ ਔਰ ਕਰੋਨਾ ਵਾਇਰਸ ਦੇ ਨਾਲ ਇਹਨਾਂ ਦੀ ਜਿਹੜੀ ਹੈ ਜਾਨ ਗਈ ਹੈ। ਪਰਿਵਾਰ ਦੇ ਵੱਲੋਂ ਇੱਕ ਵੀਡੀਓ ਬਣਾਈ ਜਾਂਦੀ ਹੈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਹੈ ਤੇ ਸਿਹਤ ਵਿਭਾਗ ਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਹੈ ਉਹ ਸਵਾਲ ਖੜੇ ਕਰ ਦਿੱਤੇ ਜਾਂਦੇ ਨੇ। ਸਿਹਤ ਵਿਭਾਗ ਜਿਹੜੇ ਇਸ ਪਰਿਵਾਰ ਨੂੰ ਇਹਨਾਂ ਦੇ ਬਜ਼ੁਰਗ ਦੇ ਨਾਮ ਦੇ ਉੱਤੇ ਇੱਕ ਜਿਹੜੀਆਂ ਐਸ਼ਿਜ਼ ਨੇ ਉਹ ਦਿੰਦੇ ਆ, ਪਰ ਪਰਿਵਾਰ ਲੈਣ ਤੋਂ ਮਨਾ ਕਰ ਦਿੰਦਾ ਹੈ ਤੇ ਰੁਖ ਕਰਦਾ ਹੈ ਹਾਈ ਕੋਰਟ ਦਾ। ਇਹ ਪਰਿਵਾਰ ਹੁਣ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹੈ, ਜਿੱਥੇ ਇਹਨਾਂ ਦੇ ਵੱਲੋਂ ਸਰਕਾਰ ਸਿਹਤ ਵਿਭਾਗ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ। ਸਾਡੇ ਨਾਲ ਬਜ਼ੁਰਗ ਪ੍ਰੀਤਮ ਸਿੰਘ ਦੇ ਪੋਤਾ ਜਿਹੜੇ ਨੇ ਉਹ ਡਾਕਟਰ ਪ੍ਰਿਤਪਾਲ ਸਿੰਘ ਮੌਜੂਦ ਨੇ। ਇਹਨਾਂ ਤੋਂ ਜਾਣਦੇ ਆ ਕਿ ਉਸ ਦਿਨ ਹੋਇਆ ਕੀ ਸੀ, ਕਿਵੇਂ ਇਹ ਸਾਰੀ ਘਟਨਾ ਇਹਨਾਂ ਦੇ ਸਾਹਮਣੇ ਆਈ, ਕਿਵੇਂ ਇਹਨਾਂ ਨੂੰ ਬੋਡੀ ਦਾ ਪਤਾ ਲੱਗਾ। ਪ੍ਰਿਤਪਾਲ ਸਿੰਘ ਜੀ, ਬੜੀ ਦੁੱਖ ਦੀ ਗੱਲ ਹੈ ਵੀ ਤੁਹਾਡੇ ਬਜ਼ੁਰਗ ਨੇ, ਉਹਨਾਂ ਦੀ ਜਿਹੜੀ ਜਾਨ ਗਈ ਹੈ ਕਰੋਨਾ ਵਾਇਰਸ ਦੇ ਨਾਲ, ਡਾਕਟਰਾਂ ਦੇ ਮੁਤਾਬਕ, ਸਿਹਤ ਵਿਭਾਗ ਦੇ ਮੁਤਾਬਕ, ਸਰਕਾਰ ਦੇ ਮੁਤਾਬਕ। ਔਰ ਉਸ ਤੋਂ ਵੀ ਦੁੱਖ ਦੀ ਗੱਲ ਇਹ ਹੈ ਵੀ ਤੁਸੀਂ ਉਹਨਾਂ ਨੂੰ ਆਖਰੀ ਵਾਰ ਦੇਖ ਵੀ ਨਹੀਂ ਸਕੇ ਔਰ ਉਹਨਾਂ ਦੇ ਜਿਹੜੀਆਂ ਅਸਥੀਆਂ ਸੀਗੀਆਂ ਉਹ ਵੀ ਅਜੇ ਤੱਕ ਜਿਹੜੀਆਂ ਤੁਸੀਂ ਨਹੀਂ ਲਈਆਂ। ਮੈਨੂੰ ਉਸ ਦਿਨ ਦੀ ਘਟਨਾ ਦੇ ਬਾਰੇ ਜਾਣਕਾਰੀ ਦਿਓ, ਕਿਉਂਕਿ ਬਹੁਤ ਸਾਰੇ ਦਰਸ਼ਕ ਨੇ ਜਿਨ੍ਹਾਂ ਤੱਕ ਅਜੇ ਤੱਕ ਤੁਹਾਡੀ ਆਵਾਜ਼ ਨਹੀਂ ਪਹੁੰਚੀ, ਉਹ ਜਾਣਨਾ ਚਾਹੁੰਦੇ ਨੇ ਵੀ ਉਸ ਦਿਨ ਹੋਇਆ ਕੀ ਸੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ। ਉਸ ਦਿਨ 18 ਤਰੀਕ ਨੂੰ ਕਰੀਬ ਕੋਈ 12:30 ਵਜੇ ਅਸੀਂ ਚੰਡੀਗੜ੍ਹ ਰਹਿੰਦੇ ਹਾਂ ਤੇ ਮੇਰੇ ਫੋਨ 'ਤੇ ਫੋਨ ਆਇਆ ਕਿ ਇਸ ਤਰ੍ਹਾਂ ਪਾਪਾ ਜੀ ਪੂਰੇ ਹੋ ਗਏ ਹੈ ਤੇ 3:30 ਵਜੇ ਇਹਨਾਂ ਨੇ ਬੋਡੀ ਲੈ ਕੇ ਅੰਮ੍ਰਿਤਸਰੋਂ ਪਿੰਡ ਆ ਜਾਣਾ ਤੇ ਤੁਸੀਂ ਚੰਡੀਗੜ੍ਹ ਤੋਂ ਪਿੰਡ ਆ ਜਾਓ ਤੇ ਸੰਸਕਾਰ ਕੀਤਾ ਜਾਵੇਗਾ। ਤੇ ਜਦੋਂ ਅਸੀਂ ਰਸਤੇ ਦੇ ਵਿੱਚ ਅਸੀਂ 1 ਵਜੇ ਕੁਝ ਦੇ ਕਰੀਬ ਅਸੀਂ ਚੰਡੀਗੜ੍ਹੋਂ ਤੁਰ ਪਏ ਹਾਂ। ਤੇ ਜਦੋਂ ਅਸੀਂ ਚੰਡੀਗੜ੍ਹੋਂ ਤੁਰਦੇ ਹਾਂ ਤੇ ਰਸਤੇ ਦੇ ਵਿੱਚ ਸਾਨੂੰ 2-3 ਫੋਨ ਆਉਂਦੇ ਆ। ਮੇਰੀ ਕਜ਼ਨ ਸਿਸਟਰ ਹੈ, ਮੇਰੀ ਚਾਚਾ ਜੀ ਦੀ ਬੇਟੀ ਹੈ ਸੰਦੀਪ ਕੌਰ, ਇਹ ਸਾਨੂੰ ਫੋਨ ਕਰਕੇ ਕਹਿੰਦੀ ਹੈ ਕਿ ਪਾਪਾ ਜੀ ਦੀ ਬੋਡੀ ਹਜੇ ਤੱਕ ਚੱਲੀ ਨਹੀਂ ਹੈ। ਹਜੇ ਤੱਕ ਪਾਪਾ ਜੀ ਦੀ ਜਿਹੜੀ ਬੋਡੀ ਆ ਉਹ 5 ਵਜੇ ਚੱਲੇਗੀ, ਫਿਰ ਉਹ 6:30 ਪਹੁੰਚੇਗੀ। ਮਤਲਬ ਕਿ ਸਾਨੂੰ ਕਦੇ ਕਿਹਾ ਗਿਆ ਕਿ ਬੋਡੀ 3:30 ਤੱਕ ਆ ਜਾਏਗੀ, ਕਦੇ ਕਿਹਾ ਗਿਆ ਕਿ ਬੋਡੀ 5:30 ਆਏਗੀ। ਮੇਰੀ ਕਜ਼ਨ ਨੇ ਜਿਹੜੇ ਬੰਦੇ ਨੇ, ਰਾਜਦੀਪ ਨਾਮ ਦਾ ਇੱਕ ਬੰਦਾ ਸੀਗਾ, ਉਹ ਬੁੱਢਾਵੜ ਹੈਲਥ ਡਿਪਾਰਟਮੈਂਟ ਦੇ ਵਿੱਚ ਸੀਗਾ, ਉਹ ਮੇਰੀ ਸਿਸਟਰ ਦੇ ਨਾਲ ਉਹ ਕਮਿਊਨੀਕੇਟ ਕਰ ਰਿਹਾ ਸੀਗਾ ਤੇ
ਮੈਂ ਉਹਨੂੰ ਮੇਰੀ ਕਜ਼ਨ ਨੇ ਉਹਨੂੰ ਪੁੱਛਿਆ ਵੀ ਕਿ ਅਗਰ ਕੋਈ ਪਰਿਵਾਰ ਦਾ ਬੰਦਾ ਜਾਂਦਾ ਹੈ ਅੰਮ੍ਰਿਤਸਰ ਤੇ ਉਹਨੂੰ ਤੁਸੀਂ ਲੈ ਜਾਓ ਨਾਲ ਬੋਡੀ ਆਇਡੈਂਟੀਫਾਈ ਕਰਨ ਲਈ, ਬਟ ਰਾਜਦੀਪ ਵੱਲੋਂ ਸਾਫ਼ ਹੀ ਮਨਾ ਕਰ ਦਿੱਤਾ ਗਿਆ ਕਿ ਉੱਪਰਲੀਆਂ ਉੱਚ ਅਧਿਕਾਰੀਆਂ ਨੇ ਕਿਹਾ ਕਿ ਪਰਿਵਾਰ ਦਾ ਕੋਈ ਵੀ ਬੰਦਾ ਉੱਥੇ ਨਹੀਂ ਜਾਏਗਾ। ਈਵਨ ਕਿ ਉਹਨੇ ਤੁਸੀਂ ਦੇਖੋ ਕਿ ਉਹਦੇ WhatsApp ਤੇ ਹੁਣ ਵੀ ਸਾਡੇ ਕੋਲ ਉਹ ਹੈਗਾ WhatsApp ਤੇ ਰਾਜਦੀਪ ਨਾਲ ਜਦੋਂ ਉਹਨੇ ਕਮਿਊਨੀਕੇਟ ਕੀਤਾ ਤੇ ਫਿਰ ਸੰਦੀਪ ਕੌਰ ਨੇ ਉਸ ਰਾਜਦੀਪ ਸਿੰਘ ਨੂੰ ਫੋਟੋ ਵੀ ਭੇਜੀ ਸੀ ਕਿ ਆ ਮੇਰੇ ਸਾਡੇ ਪਾਪਾ ਜੀ ਦੀ ਪਾਸਪੋਰਟ ਸਾਈਜ਼ ਫੋਟੋ ਹੈ ਤੇ ਤੁਸੀਂ ਇਹਨੂੰ ਵੇਖ ਕੇ ਤੇ ਬੋਡੀ ਦੀ ਸ਼ਨਾਖਤ ਕਰ ਲਿਓ। ਹੋਰ ਵੀ ਦੱਸਣਯੋਗ ਹੈ ਤੇ ਉਹ ਚਲੋ ਪੋਤੀ ਹੈ ਉਹਦੀ, ਉਹਨੂੰ ਵੀ ਸੈਟੀਸਫੈਕਸ਼ਨ ਨਹੀਂ ਹੋਈ। ਉਹਨੇ ਰਾਜਦੀਪ ਨੂੰ ਇਹ ਵੀ ਕਿਹਾ ਕਿ ਤੁਸੀਂ ਮੋਰਚਰੀ ਦੇ ਵਿੱਚ ਜਾ ਕੇ ਤੇ ਵੀਡੀਓ ਕਾਨਫਰੈਂਸਿੰਗ ਦੇ ਥਰੂ ਮੈਂ ਬੋਡੀ ਆਇਡੈਂਟੀਫਾਈ ਕਰ ਲਾਂਗੀ। ਐਂਡ ਕੁਦਰਤੀ ਉਸ ਦਿਨ ਉਹਦਾ ਫੋਨ ਵੀ ਰਿਕਾਰਡਿੰਗ ਤੇ ਸੀ। ਐਂਡ ਇਹ ਜਿੰਨੀ ਵਾਰਤਾਲਾਪ ਰਾਜਦੀਪ ਸਿੰਘ ਨਾਲ ਹੋਈ ਇਹਦੀ ਸਾਡੇ ਕੋਲ ਆਡੀਓ ਰਿਕਾਰਡਿੰਗ ਵੀ ਇਸ ਟਾਈਮ ਪ੍ਰੈਜ਼ੈਂਟ ਹੈਗੀ ਹੈ। ਕਿ ਸਾਡਾ ਕਹਿਣ ਦਾ ਮਤਲਬ ਹੈ ਕਿ ਸਾਡੇ ਪਰਿਵਾਰ ਵੱਲੋਂ ਬਾਰ-ਬਾਰ ਕਿਹਾ ਗਿਆ ਕਿ ਆਹ ਫੋਟੋ ਹੈ, ਆਹ ਵੀਡੀਓ ਕਾਨਫਰੈਂਸਿੰਗ ਕਰਾ ਦਿਓ। ਯਤਨ ਕੀਤਾ ਵੀ ਸਾਨੂੰ ਯਤਨ ਕੀਤਾ ਸਾਡੇ ਵੱਲੋਂ ਕੋਈ ਬੰਦਾ ਚੱਲ ਜੇ, ਸਾਡੇ ਵੱਲੋਂ ਪਾਸਪੋਰਟ ਸਾਈਜ਼ ਫੋਟੋ ਲੈ ਜਾਓ, ਸਾਡੀ ਵੀਡੀਓ ਕਾਨਫਰੈਂਸਿੰਗ ਤੇ ਗੱਲ ਕਰਾ ਲਓ, ਆਇਡੈਂਟੀਫਾਈ ਕਰਵਾ ਲਓ, ਬਟ ਪਤਾ ਨਹੀਂ ਇੱਦਾਂ ਦਾ ਕੀ ਸੀਗਾ ਕੀ ਨਹੀਂ ਸੀਗਾ ਕਿ ਉਹ ਕਿਸੇ ਵੀ ਉਹਦੇ ਵਿੱਚ ਉਹ ਨਹੀਂ ਆਏ, ਹੈ ਨਾ। ਉਸ ਤੋਂ ਬਾਅਦ ਅਸੀਂ 6:30 ਵਜੇ ਬੋਡੀ ਆ ਜਾਂਦੀ ਹੈ ਸ਼ਮਸ਼ਾਨ ਘਾਟ ਟਾਂਡਾ ਰਾਮ ਸਾਏ ਤੇ ਅਸੀਂ ਆਪਣੀ ਪੀਪੀ ਕਿੱਟ ਪਾਉਂਦੇ ਹਾਂ। ਜਦੋਂ ਪੀਪੀ ਕਿੱਟ ਅਸੀਂ ਪਾਈ, ਫਾਦਰ ਮੇਰੇ ਡਾਇਬਟਿਕ ਹੈ ਬਟ ਉਹਨਾਂ ਦਾ ਜਿਵੇਂ ਫਾਦਰ ਸੀ ਤੇ ਉਹਨਾਂ ਦੇ ਵੀ ਕਾਫੀ ਇਮੋਸ਼ਨਸ ਹੁੰਦੇ ਹੈ, ਉਹ ਬਾਰ-ਬਾਰ ਐਂਬੂਲੈਂਸ ਦੇ ਵਿੱਚ ਚੜ੍ਹਦੇ ਸੀ। ਤੇ ਦੱਸਣਯੋਗ ਇਹ ਵੀ ਹੈਗਾ ਕਿ ਇੱਕ ਬੰਦਾ ਹੈ ਜਿਹਦੀ ਕੋਈ ਉਮਰ 90 ਕੁ ਸਾਲ ਹੈ, ਇੰਡੀਅਨ ਨੇਵੀ ਦਾ ਐਕਸ ਆਫਿਸਰ ਹੈ, ਤੇ ਉਹਦੀ ਜਦੋਂ ਅਸੀਂ ਦੇਖਿਆ ਕਿ ਬੋਡੀ ਲੈ ਕੇ ਆਈ ਐਂਬੂਲੈਂਸ ਦੇ ਵਿੱਚ ਵੀ ਭਾਜੀ ਜਿਹੜੀ ਬੋਡੀ ਆਈ ਉਹ ਇੱਦਾਂ ਆਈ ਕਿ ਜਿਵੇਂ ਇੱਕ ਅਸੀਂ ਜਿਵੇਂ ਕੂੜਾ ਸੁੱਟਿਆ ਹੁੰਦਾ ਕਿ ਬੋਡੀ ਪੈਰਾਂ ਦੇ ਵਿੱਚ ਪਈ ਹੋਈ ਸੀ ਤੇ ਮਤਲਬ ਕਿ ਕੋਈ ਸਟ੍ਰੈਚਰ ਨਹੀਂ ਸੀ ਐਂਬੂਲੈਂਸ ਦੇ ਵਿੱਚ। ਤੇ ਜਦੋਂ ਮੇਰੇ ਫਾਦਰ ਨੇ ਪਹਿਲੀ ਵਾਰੀ ਐਂਬੂਲੈਂਸ ਦਾ ਦਰਵਾਜ਼ਾ ਖੋਲ੍ਹਿਆ, ਪਿਛਲਾ ਦਰਵਾਜ਼ਾ ਖੋਲ੍ਹਿਆ ਤੇ ਬੋਡੀ ਵੇਖੀ, ਉਹਨਾਂ ਨੂੰ ਪਹਿਲੇ ਹੀ ਸ਼ੱਕ ਹੋ ਗਿਆ ਸੀ। ਅਸੀਂ ਅਜੇ ਤੱਕ ਮੂੰਹ ਨਹੀਂ ਵੇਖਿਆ ਸੀਗਾ, ਸ਼ੱਕ ਹੋ ਗਿਆ ਸੀ ਉਹਨਾਂ ਨੂੰ ਕਿ ਇਹ ਕੁਛ ਇਹ ਹੈ, ਇਹਦੇ ਵਿੱਚ ਕੁਛ ਗੜਬੜ ਹੈ। ਤੇ ਜਦੋਂ ਕਿਉਂਕਿ ਸਾਡੇ ਪਾਪਾ ਜੀ ਦੀ ਜਿਹੜੀ ਕੁਛ ਹਾਈਟ ਸੀਗੀ ਉਹ 6 ਫੁੱਟ ਦੇ ਨੇੜੇ ਸੀ, 6 ਫੁੱਟ ਪਲੱਸ ਸੀਗੇ ਉਹ, ਤੇ ਉਹਨਾਂ ਦਾ ਜਿਹੜਾ ਫਰੇਮ ਸੀ, ਬੋਡੀ ਦਾ ਜਿਹੜਾ ਫਰੇਮ ਸੀ ਉਹ ਵੀ ਕਾਫੀ ਭਾਰਾ ਸੀ ਤੇ ਉਹਨਾਂ ਦਾ ਪੇਟ ਕਾਫੀ ਨਿਕਲਿਆ ਹੋਇਆ ਸੀਗਾ ਬਾਹਰ। ਤੇ ਜਦੋਂ ਅਸੀਂ ਉਹ ਬੋਡੀ ਦੇਖੀ ਜਿਹੜੀ ਸਾਡੇ ਕੋਲ ਲਿਆਈ ਗਈ ਸੀਗੀ ਉਹ 5 ਫੁੱਟ 2 ਇੰਚ ਦੇ ਬਰਾਬਰ ਉਹ ਬੋਡੀ ਸੀ। ਤੇ ਅਸੀਂ ਫਿਰ ਸਾਨੂੰ ਪਿੰਡ ਵਾਲਿਆਂ ਨੇ ਵੀ ਬੜਾ ਜ਼ੋਰ ਲਾਇਆ, ਸਾਨੂੰ ਪ੍ਰਸ਼ਾਸਨ ਨੇ ਵੀ ਬੜਾ ਜ਼ੋਰ ਲਾਇਆ ਕਿ ਤੁਸੀਂ ਇਹ ਬੋਡੀ ਨੂੰ ਖੋਲ੍ਹ ਨਹੀਂ ਸਕਦੇ। ਉਦੋਂ ਦਾ ਮੈਨੂੰ ਸਰਕਾਰ ਦੀਆਂ ਕੁਝ ਗਾਈਡਲਾਈਨਸ ਨਹੀਂ ਸੀ ਪਤਾ, ਬਟ ਸਾਡੇ ਇਮੋਸ਼ਨ ਸੀਗੇ, ਸਾਡੇ ਮੇਰੇ ਪਾਪਾ ਦੇ, ਮੇਰੇ ਚਾਚਾ ਦੇ, ਮੇਰੇ ਚਾਚੀ, ਮੇਰੇ ਮੰਮਾ, ਸਾਰਿਆਂ ਦੇ ਇਮੋਸ਼ਨ ਸੀਗੇ ਤੇ ਅਸੀਂ ਬੜਾ ਮਿਹਨਤ ਤਰਲ ਕਰਕੇ ਤੇ ਅਸੀਂ ਉਹ ਬੋਡੀ ਦਾ ਮੂੰਹ ਅਸੀਂ ਦੇਖਣ ਦੀ ਗੁਜ਼ਾਰਿਸ਼ ਕੀਤੀ ਤੇ ਕੁਦਰਤੀ ਅਸੀਂ ਮੂੰਹ ਖੋਲ੍ਹ ਵੀ ਲਿਆ। ਜਦੋਂ ਅਸੀਂ ਮੂੰਹ ਖੋਲ੍ਹਿਆ ਤੇ ਅਸੀਂ ਇਹ ਦੇਖਿਆ ਕਿ ਉਹ ਬੋਡੀ ਅਸੀਂ ਇੱਕਦਮ ਹੀ ਦੰਗ ਰਹਿ ਗਏ। ਐਂਡ ਅਸੀਂ ਪੂਰਾ ਮੂੰਹ ਨਹੀਂ ਖੋਲ੍ਹਿਆ ਸੀਗਾ ਸ਼ੁਰੂਆਤ ਦੇ ਵਿੱਚ, ਅਸੀਂ ਸਿਰਫ ਬੋਡੀ ਦਾ ਦੇਖਿਆ ਕਿ ਬਾਲ ਕਾਲੇ ਸੀ। ਹੁਣ ਇੱਕ 92 ਸਾਲ ਬਜ਼ੁਰਗ ਦੇ ਬਾਲ ਕਾਲੇ ਨਹੀਂ ਹੋ ਸਕਦੇ ਤੇ ਇਸ ਕਰਕੇ ਸਾਨੂੰ ਸ਼ੱਕ ਹੋਰ ਵਧਿਆ ਸਾਡਾ। ਹਾਈਟ ਘੱਟ ਸੀ, ਬਾਲ ਕਾਲੇ ਸੀ, ਤੋ ਅਸੀਂ ਫਿਰ ਪੂਰਾ ਜ਼ੋਰ ਲਾਇਆ ਕਿ ਅਸੀਂ ਤਾਂ ਮੂੰਹ ਦੇਖਣਾ ਹੀ ਦੇਖਣਾ, ਇਸ ਤੋਂ ਬਾਅਦ ਬਗੈਰ ਅਸੀਂ ਸੰਸਕਾਰ ਨਹੀਂ ਸੀ ਕਰ ਸਕਦੇ। ਤੇ ਜਦੋਂ ਅਸੀਂ ਸੰਸਕਾਰ ਵੀ ਨਹੀਂ ਕਰ ਸਕਦੇ ਤੇ ਅਸੀਂ ਇਹ ਜਦੋਂ ਅਸੀਂ ਗੁਜ਼ਾਰਿਸ਼ ਕੀਤੀ, ਅਸੀਂ ਮੂੰਹ ਦੇਖਿਆ ਤੇ ਮੂੰਹ ਅਸੀਂ ਦੇਖ ਕੇ ਦੰਗ ਰਹਿ ਗਏ। ਤੇ ਉਹ ਇੱਕ ਬੋਡੀ ਸੀ, ਉਹ ਸਿਰਫ ਤੇ ਸਿਰਫ ਇੱਕ 38 ਸਾਲ ਦੀ ਔਰਤ ਦੀ ਇੱਕ ਬੋਡੀ ਸੀ ਜਿਹਦਾ ਨਾਮ ਵੀ ਸਾਨੂੰ ਨਹੀਂ ਪਤਾ ਸੀਗਾ ਕਿਉਂਕਿ ਬੋਡੀ ਦੇ ਬੈਗ ਦੇ ਉੱਪਰ ਇੱਕ ਵੱਡਾ ਵੱਡਾ ਚਿੱਟਾ ਪਰਚਾ ਲੱਗਿਆ ਸੀ, ਪ੍ਰੀਤਮ ਸਿੰਘ ਸਨ ਆਫ ਮਨੀ ਸਿੰਘ, ਪਿੰਡ ਟਾਂਡਾ ਰਾਮ ਸਾਏ, ਉਮਰ 92 ਸਾਲ, ਤੇ ਥੱਲੇ ਮੇਰੇ ਚਾਚਾ ਜੀ ਦਾ ਮੋਬਾਈਲ ਨੰਬਰ ਵੀ ਲਿਖਿਆ ਹੋਇਆ ਸੀਗਾ। ਤੇ ਇਸ ਤੋਂ ਬਾਅਦ ਉੱਥੇ ਕਾਫੀ ਹੱਲਾ ਹੋਇਆ ਲੋਕਲ ਪ੍ਰਸ਼ਾਸਨ ਵੱਲੋਂ। ਦੇਖੋ ਇੱਕ ਕਰੋਨਾ ਪੇਸ਼ੈਂਟ ਦੀ ਬੋਡੀ ਕ੍ਰੀਮੇਟ ਹੋਣੀ ਸੀ, ਕ੍ਰੀਮੇਸ਼ਨ ਦੇ ਵੇਲੇ ਸਾਡੇ ਪਰਿਵਾਰ ਦੇ 5 ਬੰਦੇ ਸੀ, ਪਿੰਡ ਦੇ 2 ਬੰਦੇ ਸੀ ਤੇ ਪ੍ਰਸ਼ਾਸਨ ਵੱਲੋਂ 2 ਪੁਲਿਸ ਵਾਲੇ ਭੇਜੇ ਗਏ ਸੀ। ਇਸ ਤੋਂ ਇਲਾਵਾ ਨਾ ਤਾਂ ਕੋਈ ਲੋਕਲ ਐਸਡੀਐਮ ਸੀ, ਨਾ ਲੋਕਲ ਤਹਿਸੀਲਦਾਰ ਸੀ, ਨਾ ਲੋਕਲ ਡੀਐਸਪੀ ਸੀ। ਇੱਕ ਕਰੋਨਾ ਪੇਸ਼ੈਂਟ ਆ ਰਿਹਾ ਹੈ, ਬਿਮਾਰੀ ਫੈਲ ਸਕਦੀ ਹੈ ਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਨਹੀਂ ਸੀ। ਜਿੱਦਾਂ ਹੀ ਅਸੀਂ ਰੌਲਾ ਪਾਇਆ ਕੋਈ ਇਹ ਬੋਡੀ ਤਾਂ ਹੈਗੀ ਹੈ ਇੱਕ ਜਨਾਨੀ ਦੀ, ਤੇ ਉਦੋਂ ਹੀ ਫਿਰ ਮਤਲਬ ਕਿ 15-20 ਮਿੰਟਾਂ ਦੇ ਵਿੱਚ ਐਸਐਚਓ ਵੀ ਆ ਗਿਆ, 15-20 ਮਿੰਟਾਂ ਦੇ ਵਿੱਚ ਡੀਐਸਪੀ ਵੀ ਆ ਗਿਆ, ਲੋਕਲ ਤਹਿਸੀਲਦਾਰ ਵੀ ਆ ਗਿਆ। ਉਸ ਤੋਂ ਬਾਅਦ ਲੋਕਲ ਤਹਿਸੀਲਦਾਰ ਤੇ ਡੀਐਸਪੀ ਨੇ ਸਾਡੇ ਉੱਪਰ ਬਹੁਤ ਦਬਾਅ ਪਾਇਆ ਕਿ ਅਸੀਂ ਇਹ ਬੋਡੀ ਜਿਹੜੀ ਹੈਗੀ ਹੈ ਅਸੀਂ ਲੈ ਕੇ ਜਾਣੀ ਹੈ ਤੇ ਮੁਕੇਰੀਆਂ ਮੋਰਚਰੀ 'ਚ ਰੱਖਣੀ ਹੈ। ਸਾਨੂੰ ਦੇਖੋ ਸਭ ਤੋਂ ਜ਼ਿਆਦਾ ਇਹ ਡਰ ਸੀਗਾ
ਕਿ ਪਤਾ ਨਹੀਂ ਇਹ ਬਾਡੀ ਇਹਨਾਂ ਦੇ ਵਾਲੀ ਵਾਰਸ ਤੱਕ ਪਹੁੰਚੇਗੀ ਕਿ ਨਹੀਂ ਪਹੁੰਚੇਗੀ। ਜਿਵੇਂ ਤੁਹਾਡੇ ਨਾਲ ਹੋਇਆ ਕਿਤੇ ਸ਼ਾਇਦ ਉਹਨਾਂ ਦੇ ਨਾਲ ਸਾਡੇ ਨਾਲ ਇਹ ਸਾਨੂੰ ਇਹ ਡਰ ਸੀਗਾ ਕਿਤੇ ਪ੍ਰਸ਼ਾਸਨ ਇਹਦਾ ਲਵਾਰਿਸ ਸਮਝ ਕੇ ਇਹਦਾ ਕੋਈ ਸੰਸਕਾਰ ਨਾ ਕਰ ਦੇ ਤੇ ਇਹ ਜਿਹੜੀ ਬਾਡੀ ਹੈ ਤੇ ਇਹਦੇ ਜਿਹੜੇ ਵਾਰਸ ਨੇ ਉਹ ਵੀ ਇਸ ਬਾਡੀ ਨੂੰ ਨਾ ਦੇਖ ਸਕਣ। ਅਸੀਂ ਡਟੇ ਰਹੇ ਤੇ ਅਸੀਂ ਇਹ ਕਿਹਾ ਜੀ ਦੇਖੋ ਸਾਡਾ ਪਿੰਡ ਹੈ ਟਾਂਡਾ ਰਾਮ ਸਾਏ, NRI ਭਰਾਵਾਂ ਦੀ ਮਦਦ ਦੇ ਨਾਲ ਕਾਫੀ ਅਸੀਂ ਇੱਥੇ ਅਸੀਂ ਇੱਕ ਫਰੀਜ਼ਰ ਲਾ ਰੱਖਿਆ ਹੈਗਾ। ਸਾਡਾ ਹੀ ਮਨ ਸੀਗਾ ਕਿ ਤੁਸੀਂ ਇਸ ਬਾਡੀ ਨੂੰ ਕਿਤੇ ਨਾ ਲੈ ਕੇ ਜਾਓ ਜਦ ਤੱਕ ਸਾਡੇ ਪਾਪਾ ਜੀ ਦੀ ਬਾਡੀ ਨਹੀਂ ਮਿਲ ਜਾਂਦੀ ਹੈ। ਤੁਸੀਂ ਉਹਨਾਂ ਨੂੰ ਲੱਭੋ ਕਿੱਥੇ ਹੈਗੇ ਕਿੱਥੇ ਨਹੀਂ ਹੈ, ਜਦੋਂ ਲੱਭ ਜਾਣ ਸਾਨੂੰ ਤੁਸੀਂ ਉਹਨਾਂ ਦੀ ਬਾਡੀ ਦੇ ਦਿਓ ਤੇ ਆਹ ਵਾਲੀ ਬਾਡੀ ਲੈ ਜਿਓ। ਤੇ ਅਸੀਂ ਕਿਹਾ ਸੀਗਾ ਕਿ ਸਾਡੇ ਪਿੰਡ ਦੇ ਮੋਰਚਰੀ ਦੇ ਵਿੱਚ ਸਾਡੇ ਪਿੰਡ ਦਾ ਫਰੀਜ਼ਰ ਦੇ ਵਿੱਚ ਇਹ ਬਾਡੀ ਤੁਸੀਂ ਰੱਖ ਲਓ, 2 ਤੁਸੀਂ ਪੁਲਿਸ ਵਾਲੇ ਬੰਦੇ ਲਾ ਲਓ ਬਾਹਰ, ਤੇ ਮੈਂ ਆਪਣੇ ਵੱਲੋਂ ਵੀ ਕਿਹਾ ਸੀਗਾ ਕਿ ਮੈਂ ਇੱਥੇ ਹੀ ਬੈਠਾਂਗਾ ਜਦ ਤੱਕ ਇਹ ਬਾਡੀ ਇੱਥੇ ਹੈ, ਕਿ ਅਸੀਂ ਇਸ ਬਾਡੀ ਦਾ ਕੋਈ ਨੁਕਸਾਨ ਅਸੀਂ ਨਹੀਂ ਹੋਣ ਦੇਵਾਂਗੇ। ਐਂਡ ਕੁਦਰਤੀ ਪ੍ਰਸ਼ਾਸਨ ਦੇ ਨਾਲ ਤੁਹਾਨੂੰ ਪਤਾ ਹੀ ਹੈ ਪਿੰਡਾਂ ਦੀ ਪੋਲੀਟਿਕਸ ਹੈ, ਜਿਵੇਂ ਇੱਥੇ ਸਰਪੰਚ ਹੈ ਮੋਹਨ ਸਿੰਘ, ਉਹ ਵੀ ਪ੍ਰਸ਼ਾਸਨ ਨਾਲ ਪੂਰਾ ਰਲਿਆ ਹੋਇਆ ਸੀਗਾ ਤੇ ਉਹਨੇ ਵੀ ਸਾਡਾ ਕੋਈ ਲਿਆ ਨਹੀਂ ਕੁਛ ਨਹੀਂ ਕੀਤਾ। ਤੇ ਸਾਨੂੰ DSP ਮੈਨੂੰ ਇਹ ਵੀ ਸੁਣਨ 'ਚ ਆਇਆ ਕਿ ਜਿਹੜਾ DSP ਹੈ ਤਹਿਸੀਲਦਾਰ ਹੈ ਉਹ ਸਰਪੰਚ ਮੋਹਨ ਸਿੰਘ ਦੇ ਘਰ ਹੀ ਬੈਠੇ ਰਹੇ। ਤੇ ਜਿੱਥੋਂ ਸਾਨੂੰ ਇਹ ਪਤਾ ਲੱਗ ਗਿਆ ਸੀਗਾ ਕਿ ਇਹ ਪ੍ਰਸ਼ਾਸਨ ਦੀ ਪੂਰੀ ਹੁਣ ਕਾਰਗੁਜ਼ਾਰੀ ਹੈ ਜਿਹਦੇ ਵਿੱਚ ਸਾਡੀ ਗੱਲ ਕਿਸੇ ਨੇ ਨਹੀਂ ਸੁਣਨੀ ਹੈ। ਕੁਦਰਤੀ ਮੇਰਾ ਇੱਕ ਦੋਸਤ ਹੈ ਜਿਹਦਾ ਨਾਮ ਹੁਣ ਮੈਂ ਤੁਹਾਨੂੰ ਦੱਸ ਨਹੀਂ ਪਾਵਾਂਗਾ, ਉਹ CBI 'ਚ ਹੈ ਤੇ ਉਹਨੇ ਸਾਨੂੰ ਰਾਤ ਨੂੰ 10:30 ਵਜੇ 10:30 ਵਜੇ ਉਹਨੇ ਸਾਨੂੰ ਕਨਫਰਮ ਕਰਤਾ ਕਿ ਇਹ ਜਿਹੜੀ ਬਾਡੀ ਹੈ ਇਹ ਅੰਮ੍ਰਿਤਸਰ ਨਾਮ ਦੀ ਇੱਕ ਲੇਡੀ ਹੈ ਪਦਮਾ, ਜਿਹਨੂੰ ਕੈਂਸਰ ਸੀ, ਇਹ ਉਹਦੀ ਬਾਡੀ ਹੈ। ਇਹ ਸਾਰੀ ਚੀਜ਼ ਮੈਂ ਤਹਿਸੀਲਦਾਰ ਨੂੰ ਲਾਊਡ ਸਪੀਕਰ ਤੇ ਸੁਣਾਈ ਕਿ ਜੀ ਦੇਖੋ ਤੁਸੀਂ ਨਹੀਂ ਪਤਾ ਕਰ ਪਾਏ 4 ਘੰਟਿਆਂ ਦੇ ਵਿੱਚ, ਪ੍ਰਸ਼ਾਸਨ ਹੋਣ ਦੇ ਬਾਵਜੂਦ ਵੀ ਤੁਹਾਡੇ ਕੋਲ ਪਾਵਰ ਹੈ, ਤੁਸੀਂ ਅੰਮ੍ਰਿਤਸਰ ਗੱਲ ਕਰ ਰਹੇ ਹੋ, ਬਾਡੀਜ਼ ਐਕਸਚੇਂਜ ਹੋਈਆਂ। ਦੇਖੋ ਜੀ ਜੇ ਇਹ ਬਾਡੀ ਇੱਥੇ ਆਈ ਹੈ ਤੇ ਇਹ ਬੜੇ ਆਰਾਮ ਨਾਲ ਪਤਾ ਕਰ ਸਕਦੇ ਸੀ ਦੂਜੀ ਬਾਡੀ ਕਿੱਥੇ ਗਈ, ਬਟ ਇਹਨਾਂ ਤੋਂ ਨਹੀਂ ਪਤਾ ਕਰ ਪਾਇਆ। ਅਸੀਂ ਆਪਣੇ ਲੈਵਲ ਤੇ ਆਪਣੇ ਹੀ ਜਿੱਦਾਂ ਦੋਸਤ ਮਿੱਤਰ ਜਿੱਦਾਂ ਜਿੱਥੇ ਹੁੰਦੇ ਆ ਉਹ ਇਨਫੋਰਮਲੀ ਉਹਨਾਂ ਨੇ ਸਾਨੂੰ ਇਨਫੋਰਮ ਕਰਤਾ ਹੈ ਕਿ ਇਹ ਜਿਹੜੀ ਬਾਡੀ ਹੈ ਇਹ ਇਸ ਲੇਡੀ ਦੀ ਹੈਗੀ ਹੈ। ਉਸ ਤੋਂ ਬਾਅਦ ਤਾਂ ਅਸੀਂ ਬਿਲਕੁਲ ਹੀ ਅਸੀਂ ਕੀ ਕਹਿੰਦੇ ਆ ਕਿ ਅਸੀਂ ਸੋਚ ਲਿਆ ਸੀਗਾ ਕਿ ਸਾਡੀ ਤਾਂ ਬਾਡੀ ਪਤਾ ਨਹੀਂ ਕਿੱਥੇ ਹੈ ਕਿੱਥੇ ਨਹੀਂ ਹੈ, ਘੱਟੋ ਘੱਟ ਅਸੀਂ ਇਸ ਪਦਮਾ ਦੀ ਜਿਹੜੀ ਬਾਡੀ ਹੈ ਉਹਦੇ ਵਾਰਸ ਤੱਕ ਪਹੁੰਚਾਈਏ। ਉਹਦੇ 2 ਫਿਰ ਬਾਅਦ 'ਚ ਅਗਲੇ ਦਿਨ ਸਾਨੂੰ ਪਤਾ ਲੱਗਿਆ ਉਹਦੇ 2 ਛੋਟੇ ਬੱਚੇ ਸੀ ਤੇ ਕਿਹਾ ਜਾਂਦਾ ਕਿ ਸਾਡੀ ਬਾਡੀ ਉਹਨਾਂ ਦੇ ਨਾਲ ਐਕਸਚੇਂਜ ਕਰਕੇ ਕ੍ਰੀਮੇਟ ਕਰ ਦਿੱਤੀ ਗਈ, ਪ੍ਰੀਤਮ ਸਿੰਘ ਜੀ ਦੀ ਬਾਡੀ। ਡਾਕਟਰ ਸਾਹਿਬ ਪ੍ਰਿਤਪਾਲ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਵੀ ਇਹ ਜਿਹੜੀ ਕਰੋਨਾ ਦੀ ਜਦੋਂ ਬਜ਼ੁਰਗਾਂ ਨੂੰ ਕਿਵੇਂ ਪਤਾ ਲੱਗਾ ਪ੍ਰਸ਼ਾਸਨ ਨੂੰ ਵੀ ਬਜ਼ੁਰਗ ਨੇ, ਤੁਸੀਂ ਆਪ ਟੈਸਟ ਕਰਵਾਉਣ ਗਏ ਸੀ ਜਾਂ ਪ੍ਰਸ਼ਾਸਨ ਤੁਹਾਡੇ ਕੋਲ ਆਇਆ ਸੀਗਾ, ਕਿਵੇਂ ਬਜ਼ੁਰਗਾਂ ਦੀ ਰਿਪੋਰਟ ਕਿਵੇਂ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਆਈ ਸੀਗੀ, ਉਹ ਕੀ ਕਹਾਣੀ ਸੀਗੀ? ਇਸ ਤਰ੍ਹਾਂ ਸੀ ਕਿ ਮੇਰੀ ਕਜ਼ਨ ਸਿਸਟਰ ਹੈ, ਮੇਰੇ ਚਾਚਾ ਜੀ ਦੀ ਬੇਟੀ ਹੈ ਸੰਦੀਪ ਕੌਰ, ਉਹ ਬਿਮਾਰ ਸੀ। ਜਦੋਂ ਬਿਮਾਰ ਸੀ ਤੇ ਉਹ ਮਕੇਰੀਆਂ ਸਿਵਲ ਹਸਪਤਾਲ ਇਲਾਜ ਕਰਾਉਣ ਜਾਂਦੀ ਰਹੀ। ਉਹਦਾ ਇਲਾਜ ਕੋਈ ਉੱਥੇ 10-12 ਦਿਨ ਚੱਲਿਆ। ਡਾਕਟਰ ਕਹੀ ਗਏ ਉਹਨੂੰ ਟਾਈਫਾਈਡ ਹੈ, ਕਹੀ ਗਏ ਟਾਈਫਾਈਡ ਦੀ ਦਵਾਈ ਦਿੰਦੇ ਰਹੇ। ਐਂਡ ਮੇਰੇ ਖਿਆਲ ਨਾਲ ਡਾਕਟਰ ਸੁਖਦੇਵ ਸੀਗਾ ਜਿਹੜੇ ਇਹ ਟਾਈਫਾਈਡ ਦਾ ਉਹਦਾ ਇਲਾਜ ਕਰ ਰਹੇ ਸੀ। ਤੇ ਜਦੋਂ ਟਾਈਫਾਈਡ ਉਹਦਾ ਕੋਈ 10-12 ਦਿਨ ਦੇ ਵਿੱਚ ਠੀਕ ਨਹੀਂ ਹੋਇਆ, ਉਹ ਕਹਿੰਦੇ ਜੀ ਇਦਾਂ ਕਰੋ, ਬੜਾ ਕੈਜੂਅਲੀ ਉਹ ਕਹਿੰਦੇ ਜੀ ਇਦਾਂ ਕਰੋ, ਅੱਜ ਕੱਲ੍ਹ ਕਰੋਨਾ ਦੀ ਬਿਮਾਰੀ ਬਹੁਤ ਚੱਲੀ ਹੈ, ਕਰੋਨਾ ਦਾ ਟੈਸਟ ਕਰਾ ਲਓ। ਜਿੱਥੇ ਤੱਕ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਸਰਕਾਰ ਦੀ ਪ੍ਰੋਟੋਕੋਲ ਹੈ, ਅਗਰ ਕੋਈ ਬੰਦਾ ਬਿਮਾਰ ਹੈ ਤੇ ਉਹਦਾ ਇਲਾਜ ਠੀਕ ਹੈ, ਮੈਂ ਖੁਦ ਡਾਕਟਰ ਹਾਂ, ਅਸੀਂ ਮੈਡੀਕਲ ਭਾਸ਼ਾ ਦੇ ਵਿੱਚ ਇਸ ਚੀਜ਼ ਨੂੰ ਕਹਿੰਦੇ ਡਿਫਰੈਂਸ਼ੀਅਲ ਡਾਇਗਨੋਸਿਸ, ਕਿ ਅਗਰ ਬੰਦੇ ਨੂੰ ਬਿਮਾਰ ਹੈ ਤੇ ਬੰਦਾ ਬਿਮਾਰ 3-4 ਕਾਰਨਾਂ ਕਰਕੇ ਹੋ ਸਕਦਾ। ਅਸੀਂ ਪੈਰਲਲੀ ਸਾਰੀ ਬਿਮਾਰੀਆਂ ਨੂੰ ਇੱਕੋ ਟਾਈਮ 'ਤੇ ਅਸੀਂ ਇਨਵੈਸਟੀਗੇਟ ਕਰਨਾ ਸ਼ੁਰੂ ਕਰਦੇ ਹਾਂ। ਇੱਕੋ ਟਾਈਮ 'ਤੇ ਅਸੀਂ ਇਹ ਵੀ ਦੇਖਦੇ ਹਾਂ ਟਾਈਫਾਈਡ ਦਾ ਟੈਸਟ ਕਰਾਓ, ਕਰੋਨਾ ਦਾ ਟੈਸਟ ਕਰਾਓ, ਹੋਰ ਕੋਈ ਟੈਸਟ ਕਰਾਓ, ਤਾਂ ਕਿ ਸਾਨੂੰ ਇੱਕੋ ਟਾਈਮ 'ਤੇ ਪਤਾ ਲੱਗ ਜਾਏ ਕਿ ਬਿਮਾਰੀ ਕਿਹੜੀ ਹੈ। ਇੱਦਾਂ ਨਹੀਂ ਹੁੰਦਾ, ਹਿੱਟ ਐਂਡ ਟਰਾਇਲ ਨਹੀਂ ਹੁੰਦਾ ਡਾਕਟਰੀ ਦੇ ਵਿੱਚ ਕਿ ਪਹਿਲਾਂ ਆਹ ਟੈਸਟ ਕਰਾ ਲਓ, 10 ਦਿਨ ਇਹਦਾ ਇਲਾਜ ਕਰਾ ਲਓ, ਫਿਰ 10 ਦਿਨਾਂ ਬਾਅਦ ਇਹ ਨਹੀਂ ਠੀਕ ਹੋਇਆ ਤਾਂ ਆਹ ਟੈਸਟ ਕਰਾ ਲਓ। ਇਹ ਜਿਹੜੀ ਮੈਡੀਕਲ ਪ੍ਰੈਕਟਿਸ ਹੈ ਬੜੀ ਗਲਤ ਮੈਡੀਕਲ ਪ੍ਰੈਕਟਿਸ ਹੈ। ਐਂਡ ਖਦਸ਼ਾ ਇਹ ਵੀ ਹੈ ਕਿ ਇੱਕ MD ਡਾਕਟਰ ਜਿਹੜਾ ਸਰਕਾਰ ਤੋਂ ਕੋਈ 2.25 ਲੱਖ ਰੁਪਇਆ ਜਾਂ 1.5 ਲੱਖ ਰੁਪਇਆ ਤਨਖਾਹ ਲੈ ਰਿਹਾ, ਜਿਹਨੂੰ ਸਰਕਾਰ ਨੇ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੋਈ ਹੈ, ਉਹ ਇਦਾਂ ਦੇ ਕੰਮ ਕਰ ਰਿਹਾ। ਤੇ ਕੁਦਰਤੀ ਦੇਖੋ 28 ਤਰੀਕ ਨੂੰ ਕੁੜੀ ਦਾ ਕਰੋਨਾ ਟੈਸਟ ਵੀ ਹੁੰਦਾ ਤੇ ਪੋਜ਼ਿਟਿਵ ਵੀ ਆ ਰਹੀ ਹੈ। ਕਹਿਣ ਦਾ ਮਤਲਬ ਇਹ ਹੈ ਜੇ ਕੁੜੀ ਸਿਵਲ ਹਸਪਤਾਲ ਦੇ ਵਿੱਚ ਕੋਈ 15 ਦਿਨਾਂ ਤੋਂ ਜਾ ਰਹੀ ਸੀ, ਬੀਇੰਗ ਅ ਕਰੋਨਾ ਪੋਜ਼ਿਟਿਵ ਤਾਂ ਉਹਦਾ ਪਤਾ ਲੱਗਿਆ 28 ਤਰੀਕ ਨੂੰ, ਤੇ ਤੁਸੀਂ ਇਹ ਦੇਖੋ ਕੁੜੀ ਕਿੰਨਿਆਂ ਨੂੰ ਮਿਲੀ ਹੋਏਗੀ, ਉਹਨੇ ਕਰੋਨਾ ਅੱਗੇ ਕਿੰਨਿਆਂ ਨੂੰ ਫੈਲਾਇਆ ਹੋਏਗਾ। ਤੇ ਜੇ ਸਰਕਾਰ ਦਾਅਵੇ ਕਰਦੀ ਅਸੀਂ ਕਰੋਨਾ ਨਜਿੱਠ ਲਾਂਗੇ ਤੇ ਇਦਾਂ ਨਜਿੱਠਿਆ ਜਾਏਗਾ। ਠੀਕ ਹੈ ਜੀ, ਕਰੋਨਾ ਪੋਜ਼ਿਟਿਵ ਪੇਸ਼ੈਂਟ ਦੇ ਤੁਸੀਂ ਟਾਈਫਾਈਡ ਟੈਸਟ ਕਰਾ ਰਹੇ ਹੋ, ਤੇ ਮੈਨੂੰ ਨਹੀਂ ਲੱਗਦਾ ਕਿ ਕਰੋਨਾ ਦੇ ਨਾਲ ਇਦਾਂ ਜਿਹੜੀ ਲੜਾਈ ਹੈ ਉਹ ਸਾਡੀ ਜਿੱਤੀ ਜਾ ਸਕਦੀ ਹੈਗੀ। ਜਦੋਂ ਤੁਹਾਡੇ ਸਿਸਟਰ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਈ, ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਹੈ ਤੁਹਾਡੇ ਪਰਿਵਾਰ ਦੇ ਜੀਆਂ ਦੇ ਕੋਲ ਪਹੁੰਚਿਆ, ਉਸ ਤੋਂ ਬਾਅਦ ਟੈਸਟ ਹੋਏ? ਉਸ ਤੋਂ ਬਾਅਦ ਵੀ ਸਾਡੇ ਪਰਿਵਾਰ ਦੇ ਵਿੱਚ 7 ਬੰਦੇ ਸੀ। ਮੇਰੇ ਚਾਚਾ ਸਰਦਾਰ ਦਲਬੀਰ ਸਿੰਘ,
ਇਹਨਾਂ ਦੀ ਮੇਰੀ ਚਾਚੀ ਸ਼੍ਰੀਮਤੀ ਕੁਲਵੰਤ ਕੌਰ, ਇਹਨਾਂ ਦਾ ਇੱਕ ਬੇਟਾ ਅਮਨਦੀਪ ਸਿੰਘ, ਇੱਕ ਨੂੰਹ ਮਨਪ੍ਰੀਤ ਕੌਰ ਤੇ ਸੰਦੀਪ ਕੌਰ, ਤੇ ਸੰਦੀਪ ਕੌਰ ਦਾ ਬੇਟਾ ਤੇ ਸਰਦਾਰ ਪ੍ਰੀਤਮ ਸਿੰਘ, ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ, ਜੋ ਸਾਨੂੰ ਲੱਗ ਰਿਹਾ ਕਿ ਡੈਥ, ਪ੍ਰਸ਼ਾਸਨ ਕਹਿ ਰਿਹਾ ਡੈਥ ਹੋ ਚੁੱਕੀ ਹੈ। ਤੇ ਇਹ 7 ਬੰਦੇ ਸੀਗੇ। ਹੈਰਾਨੀ ਵਾਲੀ ਗੱਲ ਇਹ ਵੀ ਹੈਗੀ ਹੈ ਕਿ ਇਹ 7 ਫੈਮਿਲੀ ਦੇ ਮੈਂਬਰਾਂ ਦੇ ਵਿੱਚੋਂ ਸਾਰੇ ਇਕੱਠੇ ਰਹਿ ਰਹੇ, ਸਾਰੇ ਇੱਕ ਛੱਤ ਦੇ ਥੱਲੇ ਰਹਿ ਰਹੇ, ਇੱਕ ਦੂਜੇ ਦੇ ਹੱਥ ਦੀ ਬਣੀਆਂ ਰੋਟੀਆਂ ਖਾ ਰਹੇ ਨੇ, ਤੇ ਕਰੋਨਾ ਸਿਰਫ 5 ਬੰਦਿਆਂ ਦਾ ਪੋਜ਼ਿਟਿਵ ਆ ਰਿਹਾ। ਅਮਨਦੀਪ ਸਿੰਘ ਤੇ ਉਹਦੀ ਜਿਹੜੀ ਘਰ ਵਾਲੀ ਹੈ ਮਨਪ੍ਰੀਤ ਕੌਰ, ਉਹ ਕਰੋਨਾ ਚੋਂ ਨੈਗੇਟਿਵ ਆ ਗਏ। ਇਹ ਵੀ ਇੱਕ ਸੰਦੇਹ ਦੇਣ ਵਾਲੀ ਇੱਕ ਕੀ ਗੱਲ ਹੈ ਕਿ ਇੱਕ ਤਾਂ ਕਹਿ ਰਹੇ ਅਸੀਂ ਸੋਸ਼ਲ ਡਿਸਟੈਂਸਿੰਗ ਰੱਖੋ, ਸੋਸ਼ਲ ਡਿਸਟੈਂਸਿੰਗ ਨਹੀਂ ਹੈ ਤੇ ਕਰੋਨਾ ਬੜੀ ਛੇਤੀ ਫੈਲਦਾ, ਤੇ ਫਿਰ ਇਹ 2 ਬੰਦੇ ਨੈਗੇਟਿਵ ਆ ਗਏ ਤੇ 5 ਬੰਦੇ ਕੀ ਹੋ ਗਏ, ਪੋਜ਼ਿਟਿਵ ਆ ਗਏ। ਇਹ ਵੀ ਇੱਕ ਬੜੀ ਸੰਦੇਹ ਵਾਲੀ ਗੱਲ ਹੈ। ਉਸ ਤੋਂ ਬਾਅਦ 2 ਤਰੀਕ ਨੂੰ ਇਹਨਾਂ ਨੂੰ ਸ਼ਿਫਟ ਕੀਤਾ ਗਿਆ ਹੁਸ਼ਿਆਰਪੁਰ, ਆਈਸੋਲੇਸ਼ਨ ਸੈਂਟਰ ਰਿਹਾ ਤਾਂ ਦਾਦਾ ਜੀ ਨੂੰ ਸਾਰਿਆਂ ਨੂੰ 5 ਬੰਦਿਆਂ ਨੂੰ ਸ਼ਿਫਟ ਕੀਤਾ ਗਿਆ ਹੁਸ਼ਿਆਰਪੁਰ ਆਈਸੋਲੇਸ਼ਨ ਸੈਂਟਰ। ਤੇ ਪਿੱਛੇ ਘਰ ਖਾਲੀ ਹੋ ਗਿਆ, ਘਰ ਦੇ ਵਿੱਚ ਅਮਨਦੀਪ ਸਿੰਘ ਤੇ ਘਰ ਦੇ ਵਿੱਚ ਇਹਦੀ ਵਾਈਫ ਸੀ। ਹੈਲਥ ਡਿਪਾਰਟਮੈਂਟ ਇਹ ਕਹਿ ਰਿਹਾ ਸੀਗਾ ਜੀ ਘਰ ਸੈਨੀਟਾਈਜ਼ ਕਰਾਵਾਂਗੇ, ਐਂਡ ਤੁਹਾਨੂੰ ਦੱਸਣ ਵਾਲੀ ਗੱਲ ਹੈ ਉਹ ਲਈ ਸਪਰੇ, ਤੇ ਦੱਸਣ ਵਾਲੀ ਗੱਲ ਹੈ ਕਿ ਸੈਨੀਟਾਈਜ਼ ਦੇ ਨਾਮ ਤੇ ਵੀ ਇਹਨਾਂ ਨੇ ਇੱਕ ਮਤਲਬ ਕਿ ਇੱਕ ਕਹਿ ਲਓ ਕਿ ਕੋਈ ਸੈਨੀਟਾਈਜ਼ ਨਹੀਂ ਕਰਾਇਆ। ਉਹ ਮੁੰਡੇ ਨੂੰ ਕਹਿ ਗਏ ਹੈ ਕਿ ਇਹਦੇ ਵਿੱਚ ਸਰਫ ਪਾ ਲਓ, ਇਹਦੇ ਵਿੱਚ ਉਹ ਪਾ ਲਓ, ਡਿਟੋਲ ਪਾ ਲਓ ਤੇ ਸੈਨੀਟਾਈਜ਼ ਖੁਦ ਹੀ ਕਰ ਲਓ। ਤੇ ਜੇ ਮੈਂ ਤੁਹਾਨੂੰ ਸਪਰੇ ਦੱਸਦਾ, ਹੈਲਥ ਡਿਪਾਰਟਮੈਂਟ ਜਿਹੜੀ ਉਹ ਸਪਰੇ ਦੇ ਕੇ ਗਿਆ, ਤੁਸੀਂ ਖੁਦ ਹੀ ਕਹੋਗੇ ਕਿ ਇਹ ਕੀ ਮਜ਼ਾਕ ਚੱਲ ਰਿਹਾ। ਜਦ ਕਿ ਅਗਰ ਕਰੋਨਾ ਕੋਈ ਘਰ ਨੂੰ ਸੈਨੀਟਾਈਜ਼ ਕਰਾਉਣਾ ਤਾਂ ਸਰਕਾਰ ਵੱਲੋਂ ਇੱਕ ਫੰਡ ਆਉਂਦਾ, ਕੋਈ ਫੰਡ ਕੋਈ 2000 3000 ਸਰਕਾਰ ਵੱਲੋਂ ਫੰਡ ਆਏਗਾ ਕਿ ਇਸ ਘਰ ਨੂੰ ਆਪਾਂ ਸੈਨੀਟਾਈਜ਼ ਕਰਾਉਣਾ। ਉਹ 50 ਰੁਪਏ ਦੀ ਸਪਰੇ ਦੇ ਜਾਂਦੇ ਆ। ਇਹਦਾ ਮਤਲਬ ਜਿਹੜੇ ਬਾਕੀ ਪੈਸੇ ਉਹ ਕਿੱਥੇ ਗਏ? ਇਹ ਵੀ ਇੱਕ ਦੇਖਿਆ ਚਿੰਤਾ ਦਾ ਵਿਸ਼ਾ। ਉਸ ਤੋਂ ਬਾਅਦ ਕੀ ਹੋਇਆ ਬੇਸਿਕਲੀ, ਜਿਹੜਾ ਜਦੋਂ ਇਹ 2 ਤਰੀਕ ਨੂੰ ਇਹਨਾਂ ਨੂੰ ਉੱਥੇ ਭੇਜ ਦਿੱਤਾ ਜਾਂਦਾ ਆਈਸੋਲੇਸ਼ਨ, 2 ਤਰੀਕ ਨੂੰ ਇੱਥੇ ਆਈਸੋਲੇਸ਼ਨ ਆ ਭਾਜੀ ਸਪਰੇ ਹੈ, ਇਹ ਸਪਰੇ ਦਿੱਤੀ ਗਈ ਹੈ ਹੈਲਥ ਡਿਪਾਰਟਮੈਂਟ ਵੱਲੋਂ। ਨਹੀਂ ਇਹ ਤਾਂ ਇਹਨੇ ਹੁਣ ਪਾਇਆ ਮੇਰੇ ਖਿਆਲ ਨਾਲ, ਬਟ ਇਹ ਜਿਹੜੀ ਸਪਰੇ ਹੈ ਇਹ ਹੈਲਥ ਡਿਪਾਰਟਮੈਂਟ ਵੱਲੋਂ ਦਿੱਤੀ ਗਈ ਹੈ ਘਰ ਨੂੰ ਸੈਨੀਟਾਈਜ਼ ਕਰਨ ਲਈ, ਤੇ ਇਹ 50 ਰੁਪਏ ਦੀ ਕੋਈ ਸਪਰੇ ਹੈ। ਇਸ ਸਪਰੇ ਨਾਲ ਜਿਹੜੀ ਪੰਜਾਬ ਸਰਕਾਰ ਹੈ ਇਹ ਕਰੋਨਾ ਜਿੱਤ ਰਹੀ ਹੈ ਇਸ ਸਪਰੇ ਦੇ ਨਾਲ, ਮੁਕੇਰੀਆਂ ਪ੍ਰਸ਼ਾਸਨ। ਠੀਕ ਹੈ ਜੀ। ਤੇ ਅਗਲੀ ਜਿਹੜੀ ਸੋਚ ਮੈਂ ਰੱਖ ਦਿੰਦਾ ਇੱਥੇ, ਅਗਲੀ ਜਿਹੜੀ ਗੱਲ ਹੈ ਕਿ ਜਦੋਂ 2 ਤਰੀਕ ਨੂੰ ਇਹਨਾਂ ਨੂੰ ਉੱਥੇ ਭੇਜ ਦਿੱਤਾ ਗਿਆ, ਕੀ ਕਹਿੰਦੇ ਨੇ ਹੁਸ਼ਿਆਰਪੁਰ ਭੇਜਿਆ ਗਿਆ, ਉੱਥੇ ਕਿਹਾ ਗਿਆ ਮੇਰੇ ਦਾਦਾ ਜੀ ਦੀ ਤਬੀਅਤ ਖਰਾਬ ਹੋ ਗਈ ਹੈ, ਤੇ 5 ਤਰੀਕ ਨੂੰ ਮੇਰੇ ਚਾਚਾ ਜੀ ਤੇ ਮੇਰੇ ਦਾਦਾ ਜੀ ਨੂੰ ਭੇਜਿਆ ਗਿਆ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪੀਟਲ। ਉੱਥੇ ਮੇਰੇ ਦਾਦਾ ਜੀ ਤੇ ਚਾਚਾ ਜੀ ਇੱਕ ਵਾਰਡ 'ਚ ਰਹੇ 2 ਕੁ ਦਿਨ। ਉਸ ਤੋਂ ਬਾਅਦ ਮੇਰੇ ਦਾਦਾ ਜੀ ਨੂੰ ਸ਼ਿਫਟ ਕਰ ਦਿੱਤਾ ਗਿਆ ICU, ਜਦ ਕਿ ਮੇਰੇ ਦਾਦਾ ਜੀ ਬਿਲਕੁਲ ਠੀਕ ਸੀ, ਇੱਦਾਂ ਦੀ ਕੋਈ ਗੱਲ ਨਹੀਂ ਸੀ ਕਿ ਉਹਨਾਂ ਨੂੰ ICU ਦੇ ਵਿੱਚ ਸ਼ਿਫਟ ਕੀਤਾ ਜਾਵੇ, ਚਾਚਾ ਜੀ ਉੱਥੇ ਹੀ ਸੀ। ਉਸ ਤੋਂ ਬਾਅਦ ਕੀ ਹੋਇਆ, 11 ਤਰੀਕ ਨੂੰ ਇੱਕ 5 ਡਾਕਟਰੀ ਟੀਮ ਆਉਂਦੀ ਹੈ ਮੇਰੇ ਚਾਚਾ ਜੀ ਕੋਲ ਗੁਰੂ ਨਾਨਕ ਦੇਵ ਹਸਪੀਟਲ। ਉੱਥੇ ਜਾ ਕੇ ਕਿਹਾ ਜਾਂਦਾ ਹੈ ਕਿ ਤੁਹਾਡੇ ਪਾਪਾ ਜੀ ਦੀ 2-3 ਦਿਨ ਪਹਿਲਾਂ ਡੈਥ ਹੋ ਚੁੱਕੀ ਹੈ। 11 ਤਰੀਕ ਨੂੰ ਇਨਫੋਰਮ ਕੀਤਾ ਜਾਂਦਾ ਮੇਰੇ ਚਾਚਾ ਜੀ ਨੂੰ ਕਿ 2-3 ਦਿਨ ਪਹਿਲਾਂ ਡੈਥ ਹੋ ਜਾਂਦੀ ਹੈ। ਇਹਦਾ ਮਤਲਬ 7-8 ਤਰੀਕ ਨੂੰ ਡੈਥ ਹੋ ਜਾਂਦੀ ਹੈ ਉਹਨਾਂ ਦੀ, 13 ਉਹਨਾਂ ਦੀ ਉੱਥੇ ਡੈਥ ਹੋ ਜਾਂਦੀ ਹੈ। ਇੱਥੋਂ ਦਾ ਮਤਲਬ ਕਿ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਮਿਸ ਇਨਫੋਰਮੇਸ਼ਨ ਦੁਬਾਰਾ ਦਿੱਤੀ ਗਈ। ਜਦੋਂ ਮੇਰੇ ਚਾਚਾ ਜੀ ਨੇ ਉੱਥੇ ਰੌਲਾ ਪਾਇਆ ਕਿ ਅਜੇ ਕੱਲ੍ਹ ਤਾਂ ਮੈਂ ਉਹਨਾਂ ਨੂੰ ਪਾਣੀ ਪਿਲਾ ਕੇ ਆਇਆ, ਕੱਲ੍ਹ ਤਾਂ ਮੈਂ ਹਜੇ ਉਹਨਾਂ ਨੂੰ ਜੂਸ ਪਿਲਾ ਕੇ ਆਇਆ, ਤੇ ਤੁਸੀਂ ਕਹਿ ਰਹੇ ਹੋ ਜੀ 2-3 ਦਿਨ ਪਹਿਲਾਂ ਡੈਥ ਹੋ ਗਈ। ਉਹਨਾਂ ਨੇ ਉੱਥੇ ਕਾਫੀ ਰੌਲਾ ਪਾਇਆ, ਤੇ ਹੁਣ ਦੱਸਣਯੋਗ ਇਹ ਵੀ ਹੈਗਾ ਕਿ ਉਹਨਾਂ ਨੂੰ ਉੱਥੋਂ ਡਿਸਚਾਰਜ ਕਰ ਦਿੱਤਾ ਗਿਆ, ਤੁਹਾਡੇ ਚਾਚਾ ਜੀ ਨੂੰ ਕਰੋਨਾ ਪੋਜ਼ਿਟਿਵ ਹੁੰਦੇ ਹੋਏ ਡਿਸਚਾਰਜ ਕਰ ਦਿੱਤਾ ਗਿਆ 11 ਤਰੀਕ ਨੂੰ। 11 ਤਰੀਕ ਨੂੰ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ। ਜਦੋਂ ਉਹਨਾਂ ਨੂੰ ਡਿਸਚਾਰਜ ਕੀਤਾ ਗਿਆ ਤੇ ਕੋਈ ਕਰੋਨਾ ਨੈਗੇਟਿਵ ਟੈਸਟ ਨਹੀਂ ਕਰਾਇਆ, ਉਹਨਾਂ ਨੂੰ ਇੱਕ ਸਰਕਾਰੀ ਬੱਸ ਤੋਂ 52 ਸੀਟਰ ਬੱਸ ਤੋਂ ਮੁਕੇਰੀਆਂ ਆਏ, ਜਿਹਦੀਆਂ ਸਾਡੇ ਕੋਲ ਟਿਕਟਾਂ ਵੀ ਹੈਗੀਆਂ। ਅੱਛਾ, ਮੈਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਸੀ ਹੈਲਥ ਡਿਪਾਰਟਮੈਂਟ ਦੀਆਂ, ਜਦੋਂ ਕੋਈ ਕਰੋਨਾ ਵਾਇਰਸ ਪੋਜ਼ਿਟਿਵ ਪੇਸ਼ੈਂਟ ਜਦੋਂ ਠੀਕ ਹੁੰਦਾ ਸੀਗਾ ਤੇ ਉਹਨੂੰ ਐਂਬੂਲੈਂਸ ਦੇ ਵਿੱਚ ਪੂਰੇ ਲਾਮ ਲਸ਼ਕਰ ਦੇ ਨਾਲ ਘਰ ਤੱਕ ਛੱਡਣ ਆਉਂਦੇ ਸੀਗੇ। ਅੱਗੇ ਜਿਹੜੇ ਡਿਪਾਰਟਮੈਂਟ ਦੇ ਲੋਕ ਸੀਗੇ ਜਾਂ ਮੁਹੱਲੇ ਵਾਲੇ ਸੀਗੇ, ਪਿੰਡ ਵਾਲੇ, ਉਹਨਾਂ ਤੋਂ ਤਾੜੀਆਂ ਮਰਵਾਈਆਂ ਜਾਂਦੀਆਂ ਸੀਗੀਆਂ ਵੀ ਇਹ ਕਰੋਨਾ ਦੀ ਜੰਗ ਜਿਹੜੀ ਆ ਉਹ ਜਿੱਤ ਕੇ ਫਤਿਹ ਕਰਕੇ ਘਰ ਪਹੁੰਚਿਆ। ਤੁਹਾਡੇ ਚਾਚਾ ਜੀ ਦੇ ਕੇਸ ਦੇ ਵਿੱਚ ਤਾਂ ਅਜਿਹਾ ਕੁਝ ਵੀ ਨਹੀਂ, ਉਹ ਤਾਂ ਇੱਕ ਨਾਰਮਲ ਸਵਾਰੀ ਦੇ ਵਾਂਗ ਬੱਸ ਹੈ, ਨਾਰਮਲ ਸਵਾਰੀ ਜਿਹਦੀਆਂ ਸਾਡੇ ਕੋਲ ਟਿਕਟਾਂ ਵੀ ਹੈਗੀਆਂ। 90 ਰੁਪਏ ਇਹਨਾਂ ਨੇ ਖਰਚੇ ਹੈਗੇ ਨੇ। ਤੇ ਪਹਿਲਾਂ ਇਹਨਾਂ ਨੇ ਆਟੋ ਲਿਆ ਗੁਰੂ ਨਾਨਕ ਦੇਵ ਹਸਪੀਟਲ ਤੋਂ, ਆਟੋ ਲੈ ਕੇ ਆਏ ਹੈ, ਬੱਸ ਸਟੈਂਡ ਆਏ ਹੈ,
ਬੱਸ ਸਟੈਂਡ ਤੋਂ ਬਾਅਦ ਇਹਨਾਂ ਨੇ ਗੁਰਦਾਸਪੁਰ ਦੀ ਬੱਸ ਫੜੀ ਹੈ, ਗੁਰਦਾਸਪੁਰ ਤੋਂ ਫਿਰ ਇਹਨਾਂ ਨੇ ਬੱਸ ਮੁਕੇਰੀਆਂ ਦੀ ਫੜੀ ਹੈ, ਫਿਰ ਆਟੋ ਲੈ ਕੇ ਘਰ ਆਏ ਨੇ। ਤੋ ਇਦਾਂ ਇਹ ਜਰਨੀ ਜਿੱਤ ਕੇ ਆਪਣੀ ਪੂਰੀ ਇਹ ਇਸ ਤਰ੍ਹਾਂ ਘਰ ਆਏ ਨੇ। ਤੇ ਦੱਸਣਯੋਗ ਇਹ ਵੀ ਹੈ ਕਿ ਕਰੋਨਾ ਦਾ ਟੈਸਟ ਇਹਨਾਂ ਨੇ ਨੈਗੇਟਿਵ ਹੈ ਨਹੀਂ ਆਇਆ, ਬਸ ਉਹਨਾਂ ਨੂੰ ਡਿਸਚਾਰਜ ਕਰਤਾ। ਉਸ ਤੋਂ ਬਾਅਦ ਸਾਨੂੰ 18 ਤਰੀਕ ਨੂੰ ਮੈਸੇਜ ਆਇਆ 12 ਕੁ ਵਜੇ ਦੁਪਹਿਰ ਨੂੰ ਕਿ ਇੱਦਾਂ ਪਾਪਾ ਜੀ ਦੀ ਡੈਥ 17 ਤਰੀਕ ਦੀ ਰਾਤ ਦੀ 11 ਵਜੇ ਦੀ ਹੋਈ ਹੈ। ਮੇਰਾ ਕਹਿਣ ਦਾ ਮਤਲਬ ਹੈ ਕਿ ਫੈਮਿਲੀ ਦਾ ਇੱਕ ਬਜ਼ੁਰਗ ਬੰਦਾ ਜਿਹਦੀ ਉਮਰ ਕੋਈ 92 ਕੁ ਸਾਲ ਹੈ, ਉਹ ਗੁਜ਼ਰ ਜਾਂਦਾ ਹੈ 17 ਤਰੀਕ ਨੂੰ ਰਾਤ ਨੂੰ 11 ਵਜੇ। ਤੇ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਉਹਦੀ ਫੈਮਿਲੀ ਨੂੰ ਤੁਸੀਂ 12 ਘੰਟੇ ਬਾਅਦ ਇਨਫੋਰਮ ਕਰੋਗੇ ਕਿ ਤੁਹਾਡੇ ਇੱਦਾਂ ਇਹਨਾਂ ਦੀ ਡੈਥ ਹੋ ਚੁੱਕੀ ਹੈ। ਡੈਥ ਨੂੰ ਮੈਂ ਖੁਦ ਡਾਕਟਰ ਹਾਂ ਤੇ ਡੈਥ ਨੂੰ ਤੁਸੀਂ ਜਿਹੜਾ ਸਵਾਲ ਸੀਗਾ, ਤੁਸੀਂ ਇੱਕ ਖੁਦ ਡਾਕਟਰ ਹੋ, ਪਰ ਜਿਸ ਤਰੀਕੇ ਦੇ ਨਾਲ ਤੁਹਾਡੇ ਮੁਤਾਬਕ ਡਾਕਟਰਾਂ ਦੇ ਵੱਲੋਂ, ਹੈਲਥ ਡਿਪਾਰਟਮੈਂਟ ਦੇ ਵੱਲੋਂ ਜਿਹੜਾ ਰਵੱਈਆ ਵਰਤਿਆ ਗਿਆ ਇੱਕ ਕਰੋਨਾ ਪੇਸ਼ੈਂਟ ਦੇ ਨਾਲ, ਇੱਕ ਪਾਸੇ ਜੰਗ ਜਿੱਤਣ ਦੀਆਂ ਗੱਲਾਂ, ਮਿਸ਼ਨ ਫਤਿਹ ਦੀਆਂ ਗੱਲਾਂ ਹੋ ਰਹੀਆਂ ਨੇ, ਦੂਸਰੇ ਪਾਸੇ ਜਿਸ ਤਰੀਕੇ ਦਾ ਰਵੱਈਆ, ਜਿਸ ਤਰੀਕੇ ਦੀ ਨੈਗਲੀਜੈਂਸੀ ਜਿਹੜੀ ਹੈ ਡਿਪਾਰਟਮੈਂਟ ਦੇ ਵੱਲੋਂ ਵਰਤੀ ਗਈ ਹੈ। ਹੁਣ ਤੁਸੀਂ ਹਾਈ ਕੋਰਟ ਵੀ ਪਹੁੰਚੇ ਹੋ, ਹਾਈ ਕੋਰਟ ਦੇ ਵਿੱਚ ਤੁਸੀਂ ਕੀ ਸ਼ਿਕਾਇਤ ਦਾਇਰ ਕੀਤੀ ਆ ਔਰ ਉੱਥੋਂ ਕੀ ਰਿਸਪੌਂਸ ਮਿਲਿਆ ਤੁਹਾਨੂੰ? ਹਾਈ ਕੋਰਟ ਦੇ ਵਿੱਚ ਦੇਖੋ, ਸਾਡਾ ਪਹਿਲੀ ਗੱਲ ਤਾਂ ਹਾਈ ਕੋਰਟ ਦੇ ਵਿੱਚ ਬੰਦਾ ਉਦੋਂ ਹੀ ਜਾਂਦਾ ਹੈ ਜਦੋਂ ਪ੍ਰਸ਼ਾਸਨ ਤੋਂ ਉਹਦਾ ਵਿਸ਼ਵਾਸ ਉੱਠਿਆ ਹੁੰਦਾ। ਸਾਨੂੰ ਪਤਾ ਲੱਗ ਚੁੱਕਿਆ ਸੀਗਾ ਕਿ ਜੋ ਇਹ ਚੱਲ ਰਿਹਾ, ਜਿਵੇਂ ਮੁਕੇਰੀਆਂ ਲੋਕਲ ਐਮਐਲਏ ਨਹੀਂ ਆਈ ਇੱਥੇ, ਹੈ ਨਾ, ਉਹਨੇ ਕੋਈ ਸਾਰ ਨਹੀਂ ਪੁੱਛੀ, ਤਹਿਸੀਲਦਾਰ ਨੇ ਕੋਈ ਸਾਰ ਨਹੀਂ ਪੁੱਛੀ, ਐਸਡੀਐਮ ਨੇ ਕੋਈ ਸਾਰ ਨਹੀਂ ਪੁੱਛੀ, ਪਿੰਡ ਦੇ ਸਰਪੰਚਾਂ ਨੇ ਕੋਈ ਸਾਰ ਨਹੀਂ ਪੁੱਛੀ। ਸਾਨੂੰ ਇਹ ਪਤਾ ਲੱਗਿਆ ਸੀਗਾ ਕਿ ਇਹ ਸਾਰੀ ਇੱਕ ਮਿਲੀ ਭੁਗਤ ਹੈ ਤੇ ਸਾਨੂੰ ਜੇ ਇਨਸਾਫ ਮਿਲਣਾ ਤੇ ਉਹ ਸਿਰਫ ਤੇ ਸਿਰਫ ਸਾਨੂੰ ਇੱਕ ਹਾਈ ਕੋਰਟ ਤੋਂ ਹੀ ਮਿਲਣਾ। ਇਸੇ ਕਰਕੇ ਅਸੀਂ ਸੋਮਵਾਰ ਨੂੰ, ਐਤਵਾਰ ਨੂੰ ਅਸੀਂ ਪਟੀਸ਼ਨ ਆਪਣੀ ਦਾਇਰ ਕਰਕੇ ਤੇ ਅਸੀਂ ਸੋਮਵਾਰ ਦੀ ਸਾਡੀ ਪਹਿਲੀ ਸੁਣਵਾਈ ਸੀਗੀ, 20 ਜੁਲਾਈ ਸੀਗੀ ਸਾਡੀ ਪਹਿਲੀ ਸੁਣਵਾਈ ਸੀਗੀ। ਜਸਟਿਸ ਵਿਵੇਕਪੁਰੀ ਨੇ ਸਾਡੇ ਵਕੀਲਾਂ ਦੀ ਵਧੀਆ ਗੱਲਬਾਤ ਸੁਣੀ ਹੈ, ਉਹਨਾਂ ਨੇ ਨੋਟਿਸ ਕੀਤਾ, ਉਹਨਾਂ ਨੇ 5 ਬੰਦਿਆਂ ਨੂੰ ਨੋਟਿਸ ਕੀਤਾ ਤੇ ਅੱਜ ਅਸੀਂ ਇਹ ਰਿਕਾਰਡਿੰਗ ਕਰ ਰਹੇ ਹਾਂ। ਅੱਜ 22 ਤਰੀਕ ਹੈਗੀ ਹੈ ਤੇ ਹੁਣੇ ਹੀ ਮੈਨੂੰ ਮੇਰੇ ਵਕੀਲ ਦਾ ਮੈਸੇਜ ਆਇਆ ਸੀਗਾ ਕਿ ਇਸ ਪੂਰੀ ਉਹਦੇ ਵਿੱਚ ਉਹਨਾਂ ਨੇ ਰਿਪਲਾਈ ਫਾਈਲ ਕੀਤਾ ਹੈ ਤੇ ਰਿਪਲਾਈ ਅਸੀਂ 5 ਬੰਦਿਆਂ ਤੋਂ ਮੰਗਿਆ ਸੀਗਾ। ਦੇਖੋ ਅੱਜ 18 ਤੋਂ ਲੈ ਕੇ ਅੱਜ 22 ਤਰੀਕ ਹੋ ਚੁੱਕੀ ਹੈ, ਸਾਨੂੰ ਨਾ ਤਾਂ ਇਹਨਾਂ ਦੀ ਬਾਡੀ ਬਾਰੇ ਪਤਾ ਹੈ, ਨਾ ਇਹਨਾਂ ਦੀ ਐਸ਼ਜ਼ ਬਾਰੇ ਪਤਾ ਹੈ, ਤੇ ਅਸੀਂ ਇਹ ਹਾਈ ਕੋਰਟ ਦਾ ਵੀ ਦਰਵਾਜ਼ਾ ਖੜਕਾਇਆ ਤੇ ਰਿਪਲਾਈ ਫਾਈਲ ਹੋਇਆ ਸਿਰਫ ਤੇ ਸਿਰਫ ਪੁਲਿਸ ਵੱਲੋਂ, ਤੇ ਪੁਲਿਸ ਵੱਲੋਂ ਹੀ ਰਿਪਲਾਈ ਫਾਈਲ ਕੀਤਾ ਗਿਆ। ਮੈਜਿਸਟਰੀਅਲ ਇਨਕੁਆਇਰੀ ਚੱਲ ਰਹੀ ਹੈ, ਜੋ ਸਾਨੂੰ ਨਿਰਦੇਸ਼ ਹੋਣਗੇ ਅਸੀਂ ਉਹਨਾਂ ਤੇ ਪਰਚਾ ਬਣਦਾ ਪਰਚਾ ਕਰਾਂਗੇ। ਬਟ ਗੁਰੂ ਨਾਨਕ ਦੇਵ ਹਸਪੀਟਲ, ਪੰਜਾਬ ਸਰਕਾਰ, ਡੀਸੀ ਅੰਮ੍ਰਿਤਸਰ ਐਂਡ ਮੈਡੀਕਲ ਸੁਪਰੀਟੈਂਡੈਂਟ ਗੁਰੂ ਨਾਨਕ ਦੇਵ ਹਸਪੀਟਲ, ਇਹਨਾਂ ਵੱਲੋਂ ਕੋਈ ਰਿਪਲਾਈ ਫਾਈਲ ਨਹੀਂ ਕੀਤਾ ਗਿਆ। ਇਹ ਵੀ ਇੱਕ ਬਹੁਤ ਦੇਖੋ ਅਣਦੇਖੀ ਹੈ। ਇੱਕ ਸਾਡਾ ਪਰਿਵਾਰ ਆਪਣੇ ਬਜ਼ੁਰਗ ਦੀ ਉਡੀਕ ਕਰ ਰਿਹਾ, ਜ਼ਿੰਦਾ ਦੀ ਉਡੀਕ ਕਰ ਰਿਹਾ, ਮ੍ਰਿਤਕ ਦੇਹ ਦੀ ਉਡੀਕ ਕਰ ਰਿਹਾ, ਉਹਨਾਂ ਦੀ ਅਸਥੀਆਂ ਦੀ ਉਡੀਕ ਕਰ ਰਿਹਾ, ਤੇ ਸਰਕਾਰ ਵੱਲੋਂ ਇੰਨੀ ਲਾਪਰਵਾਹੀ ਹੋਣ ਦੇ ਬਾਵਜੂਦ ਵੀ ਅੱਜ ਵੀ ਹਾਈ ਕੋਰਟ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਜਿਹੜਾ ਰਿਪਲਾਈ ਉਹ ਫਾਈਲ ਨਹੀਂ ਕੀਤਾ ਗਿਆ। ਪ੍ਰਿਤਪਾਲ ਜੀ, ਤੁਸੀਂ ਹਾਈ ਕੋਰਟ ਪਹੁੰਚੇ ਹੋ, ਤੁਸੀਂ ਦੱਸ ਰਹੇ ਹੋ ਕਿ ਪੁਲਿਸ ਦੇ ਵੱਲੋਂ ਆਪਣਾ ਜਵਾਬ ਦਿੱਤਾ ਗਿਆ, ਬਾਕੀ ਜਿਹੜੇ ਜ਼ਿੰਮੇਵਾਰ ਤੁਹਾਨੂੰ ਲੱਗਦੇ ਨੇ ਉਹਨਾਂ ਵੱਲੋਂ ਅਜੇ ਤੱਕ ਜਵਾਬ ਫਾਈਲ ਨਹੀਂ ਕੀਤਾ। ਲੱਗਦਾ ਇੱਕ ਇਸ ਗੱਲ ਦਾ ਮਲਾਲ ਹੈ ਵੀ ਸਾਡੇ ਦਾਦਾ ਜੀ ਸੀਗੇ, ਤੁਸੀਂ ਪੋਤਾ ਪੋਤੀਆਂ ਘਰ ਦੇ ਵਿੱਚ, ਉਹਨਾਂ ਦੇ ਬੇਟੇ ਵੀ ਨੇ, ਦੁੱਖ ਹੈ ਵੀ ਬਜ਼ੁਰਗ ਘਰ ਦੇ ਵਿੱਚੋਂ ਚਲੇ ਗਏ ਨੇ, ਪਰ ਇੱਛਾ ਅਗਲੀ ਇਹੀ ਹੁੰਦੀ ਹੈ ਵੀ ਆਪਾਂ ਉਹਨਾਂ ਨੂੰ ਆਖਰੀ ਸਮੇਂ ਦੇਖ ਲਈਏ, ਉਹਨਾਂ ਦਾ ਆਪਣੇ ਹੱਥੀਂ ਸੰਸਕਾਰ ਕਰ ਸਕੀਏ। ਸਥਿਤੀ ਕੀ ਹੈ, ਮਨੋ ਸਥਿਤੀ ਕੀ ਹੈ ਤੁਹਾਡੇ ਪਰਿਵਾਰ ਦੀ ਇਸ ਸਮੇਂ? ਮਨੋ ਸਥਿਤੀ ਦੇਖੋ ਜੀ ਇਸ ਤਰ੍ਹਾਂ ਹੈ, ਇਹਨਾਂ ਦਾ ਇੱਕ ਪੋਤਾ ਹੈਗਾ ਇੰਡੀਅਨ ਕੋਸਟ ਗਾਰਡ ਦੇ ਵਿੱਚ, ਜਿੱਦਾਂ ਹੀ ਇਹਨੂੰ ਪਤਾ ਲੱਗਿਆ ਉਹ ਆਪਣੀ ਫਲਾਈਟ ਲੈ ਕੇ ਇੱਥੇ ਪਹੁੰਚਿਆ ਹੋਇਆ, ਤੇ ਹੁਣ ਇਹਨੂੰ ਇਹ ਨਹੀਂ ਪਤਾ ਕਿ ਮੈਂ ਵਾਪਸ ਜਾਵਾਂ ਕਿ ਮੈਂ ਕਿਸ ਤਰ੍ਹਾਂ ਕਰਾਂ। ਇਹਨਾਂ ਦਾ ਇੱਕ ਦੂਜਾ ਪੋਤਾ, ਉਹ ਵੀ ਨੌਕਰੀ ਤੇ, ਉਹ ਵੀ ਆਪਣੇ ਘਰ ਬੈਠਾ ਹੋਇਆ। ਮੈਂ ਚੰਡੀਗੜ੍ਹ ਤੋਂ ਆਇਆ ਹੋਇਆ ਹੈ, ਮੈਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਹੁਣ ਅਸੀਂ ਕਰੀਏ ਤੇ ਕਰੀਏ ਕੀ। ਸਾਨੂੰ ਪਿੰਡ ਵਾਲੇ ਬਾਰ-ਬਾਰ ਪੁੱਛ ਰਹੇ ਭੋਗ ਕਦੋਂ ਹੈ, ਤੇ ਅਸੀਂ ਇਹ ਨਹੀਂ ਦੱਸ ਪਾ ਰਹੇ ਕਿ ਭੋਗ ਕਾਹਦਾ ਪਾਈਏ ਜੀ। ਕੋਈ ਅਸੀਂ ਮ੍ਰਿਤਕ ਦੇਹ ਹੋਵੇ, ਕੋਈ ਸੰਸਕਾਰ ਹੋਵੇ, ਕੋਈ ਆਪਣਾ ਅਸਥੀਆਂ ਸਾਡੇ ਕੋਲ ਹੋਣ। ਅਸੀਂ ਦੇਖੋ ਸਿੱਖ ਰੀਤੀ ਰਿਵਾਜ ਦੇ ਅਨੁਸਾਰ ਜਿਹੜਾ ਅਸਥੀਆਂ ਵੀ ਨੇ ਉਹ ਵੀ ਤੁਸੀਂ ਕੀਰਤਪੁਰ ਜਾ ਕੇ ਲੈ ਕੇ ਆਉਂਦੇ ਹੋ, ਉੱਥੇ ਵਾਹੁੰਦੇ ਹੋ ਤੁਸੀਂ ਜਾ ਕੇ, ਅਸੀਂ ਕਾਹਦਾ ਸੰਸਕਾਰ ਕਰੀਏ। ਐਂਡ ਉੱਪਰੋਂ ਦੱਸਣਯੋਗ ਇਹ ਵੀ ਹੈ ਕਿ ਸਾਨੂੰ ਕਿਹਾ ਜਾ ਰਿਹਾ ਜੀ ਅੰਮ੍ਰਿਤਸਰ ਵਾਲੀ ਫੈਮਿਲੀ ਨੇ ਸੰਸਕਾਰ ਕਰਤਾ। ਹੁਣ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਬੋਡੀ ਵੇਖੀ, ਉਹ ਕਹਿੰਦੇ ਅਸੀਂ ਤਾਂ ਨਹੀਂ ਦੇਖੀ। ਹੁਣ ਜੇ ਉਹਨਾਂ ਨੇ ਬੋਡੀ ਨਹੀਂ ਦੇਖੀ ਤੇ ਮੈਂ ਕਿੱਦਾਂ ਮੰਨ ਲਾਂ ਕਿ ਜਿਹੜੇ ਬੋਡੀ ਦਾ ਉਹਨਾਂ ਨੇ ਸੰਸਕਾਰ ਕੀਤਾ ਉਹ ਸਰਦਾਰ ਪ੍ਰੀਤਮ ਸਿੰਘ ਸੀ, ਉਹਦੇ ਵਿੱਚ ਕੋਈ ਸ਼ਮਸ਼ੇਰ ਸਿੰਘ, ਉਹਦੇ ਵਿੱਚ ਕੋਈ ਬਾਲਾ ਮੁਰੂਗਨ ਸੁਬਰਾਮਨੀਅਮ, ਕੁਝ ਵੀ ਹੋ ਸਕਦਾ ਉਹਦੇ ਵਿੱਚ, ਹੈ ਨਾ ਜੀ। ਤੇ ਉੱਪਰੋਂ ਦੇਖੋ ਸਾਡੇ ਜਿਹੜੀ ਮਨੋਸਥਿਤੀ ਤੁਸੀਂ ਆਪ ਸੋਚੋ, ਜੇ ਉਹਨਾਂ ਨੇ ਸਾਡਾ ਸੰਸਕਾਰ ਕਰ ਵੀ ਦਿੱਤਾ, ਪਦਮਾ ਸੀਗੀ 38 ਸਾਲਾਂ ਦੀ, ਵਿਆਹੁਤਾ, ਸੁਹਾਗਣ, ਤੇ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਇਹਦਾ ਪੂਰਾ ਸੰਸਕਾਰ ਕੀਤਾ ਹੈ ਇੱਕ ਸੁਹਾਗਣ ਦੀ ਤਰ੍ਹਾਂ, ਸਾੜੀ ਰੱਖੀ, ਸੰਧੂਰ ਰੱਖਿਆ, ਚੂੜੀਆਂ ਰੱਖੀਆਂ,
ਹੁਣ ਇੱਕ 92 ਸਾਲ ਦੇ ਬੰਦੇ ਦੀ, ਇੱਕ ਬਜ਼ੁਰਗ ਬੰਦੇ ਦਾ ਜੇ ਤੁਸੀਂ ਸੰਸਕਾਰ ਇਸ ਤਰੀਕੇ ਨਾਲ ਕਰ ਰਹੇ ਹੋ ਤੇ ਤੁਸੀਂ ਆਪ ਦੇਖੋ ਪਰਿਵਾਰ ਦੀ ਮਨੋਸਥਿਤੀ ਕੀ ਹੋਈ। ਬਿਲਕੁਲ, ਇਹ ਤਾਂ ਫਿਰ ਜੇ ਰੀਤੀ ਰਿਵਾਜ਼ਾਂ ਦੀ ਗੱਲ ਕਰੀਏ ਜੋ ਪਹਿਲਾਂ ਤੋਂ ਚੱਲਦੇ ਪਰੰਪਰਾ ਆ ਰਹੀ ਹੈ, ਜਿਸ ਤਰੀਕੇ ਦੇ ਨਾਲ ਅਲੱਗ-ਅਲੱਗ ਲੋਕ ਅਲੱਗ-ਅਲੱਗ ਸੋਚ ਅਲੱਗ-ਅਲੱਗ ਮਰਿਆਦਾ ਦੇ ਨਾਲ ਸੰਸਕਾਰ ਕਰਦੇ ਨੇ। ਨੋ ਡਾਊਟ ਵੀ ਜਿਹੜੀ ਮਿੱਟੀ ਆ, ਬੰਦਾ ਇਨਸਾਨ ਮਰ ਕੇ ਮਿੱਟੀ ਹੋ ਜਾਂਦਾ ਹੈ, ਪਰ ਜੋ ਪਰੰਪਰਾ ਚੱਲਦੀ ਆ ਰਹੀ ਹੈ ਉਹ ਵੀ ਟੁੱਟ ਗਈ ਹੈ। ਇੱਕ ਬਜ਼ੁਰਗ ਦਾ ਇੱਕ ਮਹਿਲਾ ਦੇ ਵਾਂਗ ਸੰਸਕਾਰ ਹੋਇਆ, ਜੇ ਉਹ ਤੁਹਾਡੇ ਦਾਦਾ ਜੀ ਹੋਣ ਤਾਂ, ਕਿਉਂਕਿ ਅਜੇ ਤੱਕ ਤੁਹਾਨੂੰ ਵੀ ਇਸ ਗੱਲ ਦਾ ਡਾਊਟ ਹੈ ਔਰ ਜਿਹਨੇ ਪਰਿਵਾਰ ਦੇ ਵੱਲੋਂ ਸੰਸਕਾਰ ਕੀਤਾ ਉਹਨਾਂ ਨੂੰ ਵੀ ਅਜੇ ਤੱਕ ਡਾਊਟ ਹੈ, ਕਿਉਂਕਿ ਬੋਡੀ ਤਾਂ ਉਹਨਾਂ ਨੇ ਵੀ ਨਹੀਂ। ਐਗਜ਼ੈਕਟਲੀ। ਹੁਣ ਦੇਖੋ ਇੱਥੇ ਮੈਂ ਥੋੜਾ ਕਰਨਾ ਚਾਹੁੰਦਾ ਕਿ ਸਾਡੇ ਸੰਵਿਧਾਨ ਦੇ ਵਿੱਚ ਇੱਕ ਆਰਟੀਕਲ ਨੰਬਰ 21, ਜਦੋਂ ਤੁਸੀਂ ਆਰਟੀਕਲ ਨੰਬਰ 21 ਨੂੰ ਪੜ੍ਹਦੇ ਹੋ, ਆਰਟੀਕਲ ਨੰਬਰ 21 ਦੇ ਵਿੱਚ ਇੱਕ ਸਿਰਫ ਤੇ ਸਿਰਫ ਇੱਕ ਲਿਵਿੰਗ ਬੰਦੇ ਦੇ ਰਾਈਟਸ ਨਹੀਂ ਹੈ। ਆਰਟੀਕਲ ਨੰਬਰ 21 ਦੇ ਵਿੱਚ ਇੱਕ ਜਾਨਵਰ ਦੇ, ਇੱਕ ਚਲੋ ਜਾਨਵਰ ਤਾਂ ਬਹੁਤ ਦੂਰ ਦੀ ਗੱਲ ਰਹੇਗੀ, ਇੱਕ ਮਰੇ ਬੰਦੇ ਦੇ ਵੀ ਉਹਦੇ ਵਿੱਚ ਅਧਿਕਾਰ ਨੇ ਕਿ ਉਹਦੀ ਬਾਡੀ ਦੀ ਇੱਕ ਡਿਊਲੀ ਉਹਦੀ ਰਿਸਪੈਕਟ, ਚਾਹੇ ਉਹ ਕਰੋਨਾ ਪੇਸ਼ੈਂਟ ਹੀ ਹੈ, ਉਹਦੀ ਇੱਕ ਡਿਊ ਰਿਸਪੈਕਟ ਹੁੰਦੀ ਹੈ ਇੱਕ ਬਾਡੀ ਦੀ, ਉਹਦੇ ਪਰਿਵਾਰ ਨੂੰ ਹੈਂਡਓਵਰ ਕੀਤੀ ਜਾਣੀ ਚਾਹੀਦੀ ਹੈ। ਹੁਣ ਦੇਖੋ ਇਸ ਟਾਈਮ ਤੇ ਜਿਹੜਾ ਆਰਟੀਕਲ ਨੰਬਰ 21 ਦੀ ਜਿਹੜੀ ਵਾਇਲੇਸ਼ਨ ਉਹ ਦੋ ਪਾਸਿਓਂ ਹੈ। ਆਪਾਂ ਥੋੜਾ ਇਹਨੂੰ ਟੈਕਨੀਕਲ ਲੈ ਕੇ ਚੱਲੀਏ। ਇੱਕ ਪਰਿਵਾਰ ਵੱਲੋਂ, ਜਿਵੇਂ ਮੇਰੇ ਫਾਦਰ ਦੀ ਉਮਰ ਕੋਈ 65 ਸਾਲ ਹੈ, ਮੇਰੇ ਚਾਚਾ ਜੀ ਦੀ ਉਮਰ ਕੋਈ 59 ਇਅਰਸ ਹੈ, ਇਹਨਾਂ ਦੀਆਂ 2 ਬੇਟੀਆਂ ਨੇ, ਇੱਕ ਬੰਬੇ ਹੈ ਤੇ ਇੱਕ ਅਮਰੀਕਾ ਹੈ। ਉਹ ਸਾਨੂੰ ਪੁੱਛ ਰਹੇ ਹੈ ਕਿ ਅਸੀਂ ਕਦੋਂ ਵਾਪਸ ਆਈਏ, ਕਿ ਅਸੀਂ ਆਪਣੇ ਪਾਪਾ ਦਾ ਅੰਤਿਮ ਸੰਸਕਾਰ ਕਰੀਏ ਜਾਂ ਭੋਗ ਦੇ ਆਈਏ। ਅਸੀਂ ਉਹਨਾਂ ਨੂੰ ਕੀ ਦਸੀਏ? ਦੱਸਣਯੋਗ ਇਹ ਵੀ ਹੈ ਕਿ ਇਹਨਾਂ ਦੀ ਪਤਨੀ ਹੈ ਸ਼੍ਰੀਮਤੀ ਹਰਬੰਸ ਕੌਰ, ਉਹਨਾਂ ਦੀ ਉਮਰ 90 ਸਾਲ ਹੈ ਤੇ ਉਹ ਅਮਰੀਕਾ ਹੈ, ਤੇ ਉਹ ਸਾਨੂੰ ਬਾਰ-ਬਾਰ ਸਾਨੂੰ ਫੋਨ ਕਰ ਰਹੀ ਹੈ, ਦਿਨ ਦੇ ਸਾਨੂੰ 20 ਫੋਨ ਕਰਦੀ ਹੈ। ਤੇ ਕੱਲ ਇੱਕ 90 ਸਾਲ ਦੀ ਔਰਤ ਇਹ ਵੀ ਕਹਿ ਰਹੀ ਹੈ ਕਿ ਇਹਦੇ ਵਿੱਚ ਕੋਈ ਪ੍ਰੋਬਲਮ ਹੈ, ਇਹਦੇ ਵਿੱਚ ਕੋਈ ਪਿੱਛੇ ਸਾਜ਼ਿਸ਼ ਹੈ, ਤੇ ਉਹ ਸਾਨੂੰ ਬਾਰ-ਬਾਰ ਇਹ ਕਹਿ ਰਹੀ ਹੈ ਕਿ CCTV ਕੈਮਰਾ ਦੇਖੋ। ਇੱਕ 90 ਸਾਲ ਦੀ ਜਨਾਨੀ ਦੇ ਵੀ ਮਨ ਦੇ ਵਿੱਚ ਆ ਰਹੀ ਹੈ ਕੋਈ ਸ਼ੰਕਾ ਹੈ, ਤੇ ਅਸੀਂ ਤਾਂ ਬਿਲਕੁਲ ਜਵਾਨ ਹੈ। ਤੇ ਆਰਟੀਕਲ 21 ਹੁਣ ਦੋ ਪਾਸਿਓਂ, ਆਰਟੀਕਲ ਨੰਬਰ 21 ਇੰਡੀਅਨ ਕਨਸਟੀਟਿਊਸ਼ਨ ਦਾ ਦੋ ਪਾਸਿਓਂ ਪ੍ਰਭਾਵਿਤ ਹੈ। ਸਾਡੇ ਵੱਲੋਂ ਪਾਸਿਓਂ ਕਿ ਇਹਨਾਂ ਨੂੰ ਸਾਨੂੰ ਸਾਡੇ ਫਾਦਰ, ਮੇਰੇ ਗ੍ਰੈਂਡਫਾਦਰ ਤੇ ਇਹਨਾਂ ਦੇ ਫਾਦਰ ਦੀ ਮ੍ਰਿਤਕ ਦੇਹ ਨਹੀਂ ਮਿਲੀ ਹੈ ਤੇ ਉਹਨਾਂ ਦਾ ਸੰਸਕਾਰ ਨਹੀਂ ਹੋਇਆ, ਤੇ ਇਹਨਾਂ ਵੱਲੋਂ ਕਿ ਇੱਕ ਡੈੱਡ ਬੋਡੀ ਦੇ ਵੀ ਆਰਟੀਕਲ 21 ਦੇ ਅੰਡਰ ਉਹ ਕਵਰ ਹੁੰਦੇ ਹੈ ਕਿ ਇਹਨਾਂ ਵੱਲੋਂ ਕਿ ਇਹਨਾਂ ਦਾ ਅੰਤਿਮ ਸੰਸਕਾਰ ਇਹਨਾਂ ਦੇ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਨਹੀਂ ਹੋਇਆ। ਇਹ ਸਿੱਖ ਹੈ, ਸੋਹਣੀ ਸਿਹਤ ਹੈ, ਪੱਗ ਬੰਨੀ ਹੋਈ ਹੈ, ਕੀਰਤਪੁਰ ਸਾਹਿਬ ਹੈ ਨਾ, ਉਸ ਤੋਂ ਬਾਅਦ ਆਪਣਾ ਅੰਤਿਮ ਸੰਸਕਾਰ ਸਿੱਖ ਰੀਤੀ ਰਿਵਾਜ, ਇਹ ਸਾਰੇ ਕਿਵੇਂ ਹੋਣੇ ਸੀ? ਤੁਹਾਡੇ ਮੀਡੀਅਮ ਦੇ ਥਰੂ ਮੈਂ ਇੱਕ ਕੁਐਸਚਨ ਹੋਰ ਚੱਕਣਾ ਚਾਹੁੰਦਾ। ਅਸੀਂ ਜਦੋਂ ਪਦਮਾ ਦੀ ਫੈਮਿਲੀ ਦੀ ਇੰਟਰਵਿਊ ਦੇਖੀ ਤੇ ਉਸ ਇੰਟਰਵਿਊ ਦੇ ਵਿੱਚ ਸਾਫ਼ ਦੱਸ ਰਿਹਾ ਹੈ ਉਹਦਾ ਫਾਦਰ, ਪਦਮਾ ਜੀ ਦਾ ਫਾਦਰ, ਉਹ ਇਹ ਦੱਸ ਰਹੇ ਨੇ ਕਿ ਪਦਮਾ ਦੇ ਬੱਚੇ ਬਹੁਤ ਰੋਏ ਕਿ ਸਾਨੂੰ ਸਾਡੇ ਮਾਂ ਦੇ ਅੰਤਿਮ ਦਰਸ਼ਨ ਕਰ ਲੈਣ ਦਿਓ। ਐਂਡ ਉਸ ਕ੍ਰਿਮੇਸ਼ਨ ਤੇ ਅੰਮ੍ਰਿਤਸਰ ਦਾ SDM, ਅੰਮ੍ਰਿਤਸਰ ਦਾ ਲੋਕਲ ਤਹਿਸੀਲਦਾਰ ਉੱਥੇ ਮੌਜੂਦ ਸੀ, ਜੋ ਸਾਨੂੰ ਦੱਸਿਆ ਜਾ ਰਿਹਾ, ਮੈਂ ਕਨਫਰਮ ਨਹੀਂ ਹੈ, ਜੋ ਉਹਨਾਂ ਨੇ ਇੰਟਰਵਿਊ 'ਚ ਦੱਸਿਆ ਉਹ ਮੈਂ ਦੱਸ ਰਿਹਾ। ਤੇ ਪੰਜਾਬ ਸਰਕਾਰ ਦੀ ਗਾਈਡਲਾਈਨ ਹੈ, ਉਸ ਗਾਈਡਲਾਈਨ ਨੂੰ ਸਾਈਨ ਕੀਤਾ ਹੈ, ICMR ਦੀ ਗਾਈਡਲਾਈਨ ਹੈ, ਉਸੇ ਗਾਈਡਲਾਈਨ ਨੂੰ ਪੰਜਾਬ ਸਰਕਾਰ ਆਪਣੀ ਗਾਈਡਲਾਈਨ ਮੰਨਦੀ ਹੈ, ਜਿਹੜਾ ਕਿ 4/4/2020 ਨੂੰ ਸਾਈਨ ਹੁੰਦੀ ਹੈ। ਚੀਫ ਸੈਕਟਰੀ ਉਹਨੂੰ ਸਾਈਨ ਕਰ ਰਿਹਾ ਤੇ ਉਹ ਗਾਈਡਲਾਈਨ ਲਾਗੂ ਹੈ। ਉਹਦੇ ਵਿੱਚ ਉਸ ਗਾਈਡਲਾਈਨ ਦੇ ਵਿੱਚ ਪੇਜ ਨੰਬਰ 7 ਸਬ ਕਲੌਜ਼ 11 ਤੇ ਪੁਆਇੰਟ ਨੰਬਰ 3, ਜੇ ਉਹਦੇ ਵਿੱਚ ਤੁਸੀਂ ਲੈ ਕੇ ਆਓ ਤੇ ਉਹਦੇ ਵਿੱਚ ਸਾਫ਼ ਲਿਖਿਆ ਕਿ ਜਦੋਂ ਬਾਡੀ ਨੂੰ ਤੁਸੀਂ ਅਗਨੀ ਭੇਂਟ ਕਰਨਾ, ਜਿਵੇਂ ਆਪਾਂ ਕਹਿ ਦਈਏ ਲੱਕੜਾਂ ਤੇ ਰੱਖਣਾ, ਜਦੋਂ ਤੇ ਫੈਮਿਲੀ ਨੂੰ ਅੰਤਮ ਦਰਸ਼ਨ ਕਰਾਓ। ਬਾਡੀ ਪੂਰੀ ਨਾ ਖੋਲੋ, ਬਾਡੀ ਦਾ ਫੇਸ ਖੋਲੋ, ਅਨਜ਼ਿਪ ਕਰੋ, ਅਨਜ਼ਿਪ ਕਰਕੇ ਫੇਸ ਨੂੰ ਓਪਨ ਕਰੋ ਤੇ ਬਾਡੀ ਨੂੰ ਤੁਸੀਂ ਫੈਮਿਲੀ ਉਹ ਸਾਰੇ ਰਿਚੁਅਲ ਕਰ ਸਕਦੀ ਹੈ ਜਿਹਦੇ ਨਾਲ ਬਾਡੀ ਟੱਚ ਨਾ ਹੋਵੇ। ਜਿਵੇਂ ਆਪਾਂ ਗੰਗਾ ਦਾ ਪਾਣੀ ਆਸੇ-ਪਾਸੇ ਸੁਹਾਰਦੇ ਹਾਂ, ਜੋ ਵੀ ਤੁਹਾਡੇ ਰਿਚੁਅਲਸ ਪਾਉਂਦੇ, ਤਾਂ ਕਿ ਬਾਡੀ ਨੂੰ ਟੱਚ ਨਹੀਂ ਕਰਨਾ ਫਿਜ਼ੀਕਲੀ, ਬਾਡੀ ਨੂੰ ਪੂਰਾ ਨਹੀਂ ਖੋਲਣਾ, ਬਟ ਬਾਡੀ ਦਾ ਫੇਸ ਦਿਖਾਓ। ਜੇ ਇਹ ਗਾਈਡਲਾਈਨ ਦੀ ਪਾਲਣਾ ਅੰਮ੍ਰਿਤਸਰ ਕੀਤੀ ਗਈ ਹੁੰਦੀ ਤੇ ਉੱਥੇ ਹੀ ਪਤਾ ਲੱਗ ਜਾਣਾ ਸੀ ਇਹ ਬਾਡੀ 'ਚ ਕੀ ਹੈ। ਪ੍ਰਿਤਪਾਲ ਜੀ, ਆਖਰੀ ਸਵਾਲ ਲਾਉਂਗਾ, ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਇਸ ਪੂਰੀ ਘਟਨਾਕ੍ਰਮ ਦੇ ਵਿੱਚ? ਕਿਉਂਕਿ 2 ਫੈਮਿਲੀਜ਼ ਡਿਸਟਰਬ ਹੋਈਆਂ ਨੇ, ਇਹ ਘਟਨਾ ਛੋਟੀ ਨਹੀਂ ਹੈ, ਜਿੱਥੇ ਇੱਕ ਮੁੱਖ ਮੁੱਦਾ ਕਹਿ ਲਈਏ, ਇੱਕ ਭਿਆਨਕ ਬਿਮਾਰੀ ਜਿਹੜੀ ਹੈ, ਲੋਕਾਂ ਦੀ ਤਰਾਈ ਮਚੀ ਪਈ ਹੈ, ਡਰੇ ਪਏ ਨੇ ਲੋਕ, ਸਹਿਮੇ ਹੋਏ ਨੇ, ਔਰ ਸਿਹਤ ਵਿਭਾਗ ਜਿਨ੍ਹਾਂ ਦੇ ਉੱਤੇ ਜ਼ਿੰਮਾ ਇਸ ਬਿਮਾਰੀ ਨੂੰ ਨਜਿੱਠਣ ਦਾ, ਜਿਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾਅਵਾ ਕਰਦੇ ਨੇ ਵੀ ਮਿਸ਼ਨ ਨੂੰ ਫਤਿਹ ਕਰਨਾ ਆਪਾਂ, ਪਰ ਉਹਨਾਂ ਦਾ ਇਹ ਡਿਪਾਰਟਮੈਂਟ ਵੱਡੀ ਨੈਗਲੀਜੈਂਸੀ ਵਰਤਦਾ ਹੈ। ਆਖਿਰ ਦੇ ਵਿੱਚ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ? ਦੇਖੋ, ਗੱਲ ਇਸ ਤਰ੍ਹਾਂ ਹੈ ਕਿ ਆਪਾਂ 2 ਫੈਮਿਲੀਜ਼ ਦੀ ਗੱਲ ਕਰਦੇ ਹਾਂ। ਜਿਹੜੀ ਪਦਮਾ ਦੀ ਫੈਮਿਲੀ ਹੈ, ਉਹਨੇ 24 ਘੰਟਿਆਂ ਦੇ ਵਿੱਚ 2 ਸੰਸਕਾਰ ਕੀਤੇ। ਮੈਨੂੰ ਇਹ ਨਹੀਂ ਪਤਾ ਪਹਿਲਾ ਸੰਸਕਾਰ ਸਾਡੇ ਦਾਦਾ ਜੀ ਦਾ ਸੀ ਕਿ ਕਿਹਦਾ ਸੀ। ਮੈਂ ਬਾਰ-ਬਾਰ ਇਹੀ ਕਹਿ ਰਿਹਾ ਕਿ ਸਾਨੂੰ ਬਾਰ-ਬਾਰ ਕਿਹਾ ਜਾ ਰਿਹਾ ਕਿ ਉਹ ਤੁਹਾਡੇ ਦਾਦਾ ਜੀ ਦੀ ਬਾਡੀ ਸੀ। ਮੈਂ ਕਿਵੇਂ ਮੰਨ ਲਾਂ ਕਿ ਮੇਰੇ ਦਾਦਾ ਜੀ ਦੀ ਬਾਡੀ ਸੀ?
ਤੇ ਜਿਹੜੇ ਪਦਮਾ ਦੀ ਫੈਮਿਲੀ ਹੈ ਉਹਨਾਂ ਨੇ ਤਾਂ ਪਦਮਾ ਦਾ ਸੰਸਕਾਰ ਕਰਕੇ ਉਹਨਾਂ ਨੂੰ ਤਾਂ ਦੇਖੋ ਰਿਆਇਤ ਮਿਲ ਗਈ ਹੈ, ਉਹਨਾਂ ਵੱਲੋਂ ਤਾਂ ਮਨ ਨੂੰ ਸੰਤੁਸ਼ਟੀ ਮਿਲ ਗਈ ਹੈ। ਐਂਡ ਚਲੋ ਇੰਨਾ ਮੁੱਦਾ ਭਖਣ ਤੋਂ ਬਾਅਦ ਘੱਟੋ ਘੱਟ ਉਹ ਜਿਹੜੇ ਛੋਟੇ ਛੋਟੇ ਬੱਚੇ ਸੀ ਉਹਨਾਂ ਨੇ ਆਖਰੀ ਵਾਰ ਆਪਣੀ ਮਾਂ ਦਾ ਮੂੰਹ ਵੀ ਦੇਖ ਲਿਆ ਸੀ। ਅਦਰਵਾਈਜ਼ ਤਾਂ ਉਹਨਾਂ ਨੇ ਆਪਣੀ ਮਾਂ ਦਾ ਕਦੇ ਮੂੰਹ ਦੇਖਣਾ ਹੀ ਨਹੀਂ ਸੀ, ਦੇਖਣ ਹੀ ਨਹੀਂ ਦਿੱਤਾ ਗਿਆ ਸੀ, ਉਹਨਾਂ ਨੂੰ ਪਹਿਲੀ ਵਾਰ ਹੀ ਨਹੀਂ ਦੇਖਣ ਦਿੱਤਾ ਗਿਆ ਸੀਗਾ। ਤੇ ਜੇ ਤੁਸੀਂ ਸਾਡੀ ਗੱਲ ਕਰੋ, ਸਾਨੂੰ ਤਾਂ ਰਾਤ ਨੂੰ ਨੀਂਦ ਹੀ ਨਹੀਂ ਆ ਰਹੀ ਹੈ। ਐਂਡ ਦੇਖੋ ਮੈਂ ਇਸ ਮੁੱਦੇ ਇਸ ਤਰ੍ਹਾਂ ਨਹੀਂ ਹੈ ਕਿ ਇਸ ਮੁੱਦੇ ਨੂੰ ਮੈਂ ਕੋਈ ਇਸ਼ੂ ਬਣਾ ਰਿਹਾ। ਅੱਜ ਮੇਰੇ ਪਾਪਾ ਦੀ ਉਮਰ ਕੋਈ 65 ਸਾਲ ਹੋ ਚੁੱਕੀ ਹੈ ਤੇ ਸਾਡੀ ਪਰਿਵਾਰ ਤੇ ਕਾਫੀ ਮੁਸੀਬਤਾਂ ਰਹੀਆਂ ਨੇ, ਬਟ ਇਹ ਵੀ ਐਕਸ ਫੌਜੀ ਸੀ, ਉਸ ਤੋਂ ਬਾਅਦ ਇਹਨਾਂ ਨੇ ਬੈਂਕ 'ਚ ਨੌਕਰੀ ਕੀਤੀ ਹੈ। ਪਰਸੋਂ ਸਵੇਰ ਦੀ ਗੱਲ ਹੈ, ਕੋਈ 4:30 ਵਜੇ ਸੀ, 4:30 ਪਰਸੋਂ ਸਵੇਰ ਦੀ ਗੱਲ ਹੈ। ਇਹਨਾਂ ਨੂੰ ਮੈਂ ਭੱਬਾਂ ਮਾਰਦੇ ਰੋਂਦੇ ਵੇਖਿਆ। ਭੱਬਾਂ ਮਾਰਦੇ ਜਿਹਨੂੰ ਕਹਿੰਦੇ ਆ, ਇਹ ਇੰਨੇ ਸਟਰੋਂਗ ਨੇ ਕਿ ਕਿਸੇ ਦੇ ਅੱਗੇ ਨਹੀਂ ਰੋਏ। ਜਦੋਂ ਮੈਂ ਇਹਨਾਂ ਨੂੰ ਦੇਖਿਆ ਭੱਬਾਂ ਮਾਰਦੇ ਰੋਂਦੇ ਵੇਖਿਆ, ਮੈਂ ਇਹਨਾਂ ਨੂੰ ਜੱਫੀ ਪਾਈ ਹੈ। ਮੇਰੀ ਮੰਮੀ ਇਹਨਾਂ ਨੂੰ ਆ ਕੇ ਕੋਲ ਬੈਠੀ ਹੈ ਨਾ। ਸਾਡੀ ਤੁਸੀਂ ਆਪ ਦੇਖੋ ਸਾਡੀ ਮਨੋਸਥਿਤੀ ਕੀ ਹੋਏਗੀ। ਇੱਕ 65 ਸਾਲ ਦਾ ਬੰਦਾ ਆਪਣੇ ਪਿਓ ਵਾਸਤੇ, ਮੈਂ ਕਹਿੰਦਾ ਜੀ ਮਰਨਾ ਸਾਰਿਆਂ ਨੇ, ਬਟ ਸਾਡੇ ਕੋਲ ਕੁਛ ਤੇ ਹੋਵੇ ਨਾ। ਐਂਡ ਤੁਸੀਂ ਇਹ ਵੀ ਦੇਖੋ ਕਿ ਪ੍ਰਸ਼ਾਸਨ ਹੁਣ ਤੱਕ ਸਾਨੂੰ ਕਿਸੇ ਮੁਕੇਰੀਆਂ ਦੇ ਤਹਿਸੀਲਦਾਰ ਨੇ, ਹੁਸ਼ਿਆਰਪੁਰ ਦੀ ਡੀਸੀ ਨੇ, ਅੰਮ੍ਰਿਤਸਰ ਦੇ ਡੀਸੀ ਨੇ ਸਾਨੂੰ ਅੱਜ ਤੱਕ ਸਾਨੂੰ ਫੋਨ ਕਰਕੇ ਪਰਸਨਲੀ ਇਹ ਨਹੀਂ ਪੁੱਛਿਆ ਕਿ ਤੁਹਾਡੇ ਹਾਲਾਤ ਕੀ ਨੇ। ਅਸਥੀਆਂ ਦਾ ਕੀ ਬਣਿਆ ਹੁਣ? ਕੀ ਅਸਥੀਆਂ ਉਹ ਲਈਆਂ ਨੇ ਜਿਹੜੀਆਂ ਪ੍ਰਸ਼ਾਸਨ ਦੇ ਵੱਲੋਂ ਤੁਹਾਨੂੰ ਸੌਂਪੀਆਂ ਜਾ ਰਹੀਆਂ ਨੇ? ਸਾਨੂੰ ਬਾਰ-ਬਾਰ ਇਹੀ ਕਿਹਾ ਜਾ ਰਿਹਾ, ਅਸੀਂ ਅਸਥੀਆਂ ਲੈਣ ਤੋਂ ਇਨਕਾਰ ਕਰਤਾ। ਦੇਖੋ ਜੀ ਸਾਨੂੰ ਸਮਝ ਹੀ ਨਹੀਂ ਆ ਰਹੀ ਕਿ ਅਸਥੀਆਂ ਹੈ ਕਿਹਦੀਆਂ ਨੇ। ਐਂਡ ਇੱਕ ਤੁਹਾਨੂੰ ਮੈਂ ਸੱਚਾਈ ਦੀ ਗੱਲ ਹੋਰ ਦੱਸਾਂ, ਸਾਨੂੰ ਕੋਈ ਫੋਨ ਵੀ ਨਹੀਂ ਆਇਆ ਕਿ ਤੁਹਾਡੀਆਂ ਅਸਥੀਆਂ ਉੱਥੇ। ਗੱਲ ਲਗਾਤਾਰ ਇਸ ਗੱਲ ਦੇ ਉੱਤੇ ਚਰਚਾ ਹੋ ਰਹੀ ਹੈ ਵੀ ਪਰਿਵਾਰ ਜਿਹੜਾ ਅਸਥੀਆਂ ਲੈਣ ਤੋਂ ਇਨਕਾਰ ਕਰ ਰਿਹਾ। ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੈ। ਪਰਿਵਾਰ ਦੇਖੋ ਅਸੀਂ ਤਾਂ ਇਨਕਾਰ ਤਾਂ ਕਰਾਂਗੇ ਜੇ ਸਾਡੇ ਕੋਲ ਕੋਈ ਅਪਰੋਚ ਕਰੇਗਾ। ਇਹ ਤਾਂ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਹਾਂ, ਮੀਡੀਆ ਦੇ ਥਰੂ ਕਹਿ ਰਹੇ ਹਾਂ ਕਿ ਅਸੀਂ ਅਸਥੀਆਂ ਨਹੀਂ ਲੈਣੀਆਂ, ਬਟ ਅਸੀਂ ਅਜੇ ਆਫੀਸ਼ੀਅਲੀ ਅਸੀਂ ਅਸਥੀਆਂ ਲੈਣ ਨੂੰ ਇਨਕਾਰ ਕੀਤਾ ਹੀ ਨਹੀਂ। ਇਨਕਾਰ ਤਾਂ ਕਰਾਂਗੇ ਜੇ ਸਾਡੇ ਕੋਲ ਕੋਈ ਆਏਗਾ ਅਸਥੀਆਂ ਲੈ ਕੇ। ਸਾਡੇ ਕੋਲ ਕੋਈ ਆਇਆ ਹੀ ਨਹੀਂ ਅਸਥੀਆਂ ਲੈ ਕੇ, ਤੇ ਅਸੀਂ ਇਨਕਾਰ ਕਿਹਨੂੰ ਕਰਨਾ? ਇਨਕਾਰ ਤਾਂ ਅਸੀਂ ਕਰਨਾ ਹੀ ਹੈ, ਬਟ ਆਪਣੇ ਵੱਲੋਂ ਹੀ ਕਹੀ ਜਾ ਰਿਹਾ ਕਿ ਇਨਕਾਰ ਕਰਤਾ ਹੈ। ਕੋਈ ਆਏਗਾ ਤਾਂ ਇਨਕਾਰ ਉਹਨੂੰ ਹੋਏਗਾ। ਮੈਂ ਦੱਸਦਾ ਰਿਹਾ, ਸਾਨੂੰ ਪਦਮਾ ਦੀ ਫੈਮਿਲੀ ਦੱਸ ਰਹੀ ਹੈ ਕਿ 17 ਨੰਬਰ ਚੈਂਬਰ ਦੇ ਵਿੱਚ ਸੰਸਕਾਰ ਕੀਤਾ ਸੀ 18 ਤਰੀਕ ਨੂੰ। ਸਾਨੂੰ ਪ੍ਰਸ਼ਾਸਨ ਨੇ ਥੋੜ੍ਹੇ ਦੱਸਿਆ ਕਿ 17 ਨੰਬਰ ਚੈਂਬਰ 'ਤੇ ਅਸੀਂ ਕੀਤਾ। ਨਾ ਸਾਨੂੰ ਕੋਈ ਫੋਨ ਆਇਆ, ਨਾ ਸਾਨੂੰ 19 ਨੂੰ ਫੋਨ ਆਇਆ, ਨਾ ਸਾਨੂੰ 20 ਨੂੰ, ਸਾਨੂੰ ਫੋਨ ਹੀ ਨਹੀਂ ਆਇਆ ਕੋਈ। ਅਸੀਂ ਅਸਥੀਆਂ ਲੈਣ ਨੂੰ ਤਾਂ ਅਸੀਂ ਤਾਂ ਆਪਸ ਦੇ ਵਿੱਚ ਗੱਲ ਕਰ ਰਹੇ ਹਾਂ ਕਿ ਅਸੀਂ ਅਸਥੀਆਂ ਨਹੀਂ ਲੈਣੀਆਂ, ਪਰ ਅਸੀਂ ਪ੍ਰਸ਼ਾਸਨ ਨੂੰ ਨਹੀਂ ਅਜੇ ਤੱਕ ਕਿਹਾ ਕਿ ਅਸੀਂ ਅਸਥੀਆਂ ਨਹੀਂ ਲੈਣੀਆਂ। ਆਏਗਾ ਕੋਈ ਤਾਂ ਮਨਾ ਕਰਾਂਗੇ ਨਾ। ਤੇ ਅਸੀਂ ਦੇਖੋ ਵਾਪਸ ਚੰਡੀਗੜ੍ਹ ਵੀ ਜਾਣਾ, ਅਸੀਂ ਰੋਜ਼ ਉਡੀਕ ਕਰਦੇ ਹਾਂ, ਸਵੇਰੇ ਅਸੀਂ ਉਡੀਕ ਕਰਨ ਲੱਗ ਜਾਂਦੇ ਹਾਂ। ਅੱਜ ਅਸਥੀਆਂ ਕੋਈ ਲੈ ਕੇ ਆਏਗਾ ਤੇ ਅੱਜ ਅਸੀਂ ਥੋੜ੍ਹਾ ਜਿਹਾ ਉਹਨਾਂ ਨੂੰ ਦੇਖ ਲਾਂਗੇ ਜਾਂ ਦੇਖਾਂਗੇ, ਨਹੀਂ ਦੇਖਾਂਗੇ ਕਿਵੇਂ ਹੈ, ਬਟ ਸਾਡੇ ਕੋਲ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਫੋਨ ਨਹੀਂ ਆਇਆ। ਪ੍ਰਿਤਪਾਲ ਜੀ, ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਰੀ ਇਸ ਕੇਸ ਦੇ ਬਾਰੇ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ ਹੈ, ਔਰ ਜਿਵੇਂ ਹਾਈ ਕੋਰਟ ਤੁਸੀਂ ਪਹੁੰਚੇ ਹੋ, ਇਨਸਾਫ ਦੀ ਉੱਤੇ ਗੁਹਾਰ ਲਗਾਈ ਹੈ ਵੀ ਹਾਈ ਕੋਰਟ ਦੇ ਵਿੱਚ ਵਿਸ਼ਵਾਸ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੇਸ ਕਿਸ ਤਰੀਕੇ ਦਾ ਰੂਪ ਅਖਤਿਆਰ ਕਰਦਾ ਹੈ ਤਾਂ ਆਉਣ ਵਾਲਾ ਸਮਾਂ ਦੱਸੇਗਾ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸੋ ਇਹ ਸੀ ਡਾਕਟਰ ਪ੍ਰਿਤਪਾਲ ਸਿੰਘ, ਬਜ਼ੁਰਗ ਜਿਹੜੇ ਪ੍ਰੀਤਮ ਸਿੰਘ ਸੀਗੇ 92 ਸਾਲਾਂ, ਉਹਨਾਂ ਦੇ ਪੋਤਾ ਨੇ। ਔਰ ਇਹਨਾਂ ਨੇ ਤੁਹਾਨੂੰ ਜਿਸ ਪ੍ਰਕਾਰ ਦੱਸਿਆ, ਸਿਹਤ ਵਿਭਾਗ ਦੀ ਜਿਹੜੀ ਹੈ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਵੀ ਇੱਕ ਬਾਡੀ ਹੀ ਬਦਲ ਦਿੱਤੀ ਗਈ। ਔਰ ਇੱਕ ਹੋਰ ਹੈਰਾਨੀ ਵਾਲੀ ਗੱਲ ਇਹ ਦੱਸੀ ਹੈ ਵੀ ਜਿਸ ਜਿਹੜੀ ਬਾਡੀ ਜਿਹੜੀ ਇਹਨਾਂ ਦੇ ਕੋਲ ਪਹੁੰਚੀ ਉਹ ਮਹਿਲਾ ਦੀ ਸੀ, ਔਰ ਦੂਸਰੀ ਬਾਡੀ ਜਦੋਂ ਮਹਿਲਾ ਦੇ ਪਰਿਵਾਰ ਕੋਲ ਗਈ ਉਹਨਾਂ ਨੇ ਉਸ ਦਾ ਮੂੰਹ ਵੀ ਨਹੀਂ ਦੇਖਿਆ, ਔਰ ਉਸ ਡੈੱਡ ਬਾਡੀ ਦਾ ਪੂਰੀ ਇੱਕ ਮਹਿਲਾ ਦੇ ਵਾਂਗ, ਇੱਕ ਰੀਤੀ ਰਿਵਾਜਾਂ ਦੇ ਵਾਂਗ ਉਸ ਦਾ ਸੰਸਕਾਰ ਕੀਤਾ। ਉਸ ਦੇ ਪਤੀ ਵੀ ਸੀਗੇ, ਕਹਿੰਦੇ ਨੇ ਸੁਹਾਗਣ ਦੇ ਰੂਪ ਦੇ ਵਿੱਚ ਹੀ ਉਹਦਾ ਸੰਸਕਾਰ ਕੀਤਾ। ਔਰ ਸ਼ਾਇਦ ਇਸ ਗੱਲ ਦਾ ਤਾਂ ਦਾਅਵਾ ਨਹੀਂ ਕੀਤਾ ਜਾ ਸਕਦਾ, ਇਹਨਾਂ ਨੂੰ ਵੀ ਸ਼ੰਕਾ ਹੈ ਵੀ ਆਖਿਰ ਜਿਹੜੀ ਬਾਡੀ ਉਸ ਪਰਿਵਾਰ ਦੇ ਕੋਲ ਗਈ ਆ ਉਹ ਬਾਡੀ ਕਿਹਦੀ ਸੀ, ਕਿਉਂਕਿ ਇਹਨਾਂ ਦੇ ਕੋਲ ਤਾਂ ਇਹਨਾਂ ਦੇ ਬਜ਼ੁਰਗ ਦੀ ਬਾਡੀ ਪਹੁੰਚੀ ਨਹੀਂ। ਸੋ ਮਾਮਲਾ ਹਾਈ ਕੋਰਟ ਪਹੁੰਚ ਚੁੱਕਾ ਹੈ। ਹਾਈ ਕੋਰਟ ਦੇ ਵਿੱਚੋਂ ਕਿਸ ਤਰੀਕੇ ਦਾ ਰੁਖ ਜਿਹੜਾ ਇਸ ਪਰਿਵਾਰ ਨੂੰ ਮਿਲਦਾ, ਕਿਸ ਤਰੀਕੇ ਦਾ ਇਨਸਾਫ ਇਸ ਪਰਿਵਾਰ ਨੂੰ ਮਿਲਦਾ ਹੈ, ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਜ਼ਿਲ੍ਹਾ ਹੁਸ਼ਿਆਰਪੁਰ।